ਪਾਵਨ ਬਾਣੀ ਦੀਆਂ ਲੜੀਵਾਰ ਵਿਚਾਰਾਂ ਨਿਤਾ ਪ੍ਰਤੀ ਆਪ ਸੰਗਤਾਂ ਗੁਰੂ ਦਰਬਾਰ ਅੰਦਰ ਜੁੜ ਕਰਕੇ ਔਰ ਆਪਣੇ ਆਪਣੇ ਘਰਾਂ ਵਿੱਚ ਬੈਠ ਕਰਕੇ ਇਸ ਪਾਵਨ ਅਸਥਾਨ ਤੋਂ ਸਰਵਣ ਕਰਦੀਆਂ ਹੋ। ਉਹ ਚੱਲ ਰਹੀਆਂ ਲੜੀਵਾਰ ਗੁਰਬਾਣੀ ਵਿਚਾਰਾਂ ਦੇ ਨਾਲ ਆਪਾਂ ਸਾਂਝ ਪਾਈਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ, ਆਪਣਾ ਮਿਹਰ ਭਰਿਆ ਹੱਥ ਸਿਰ ਤੇ ਰੱਖਣ। ਸਤਿਗੁਰੂ ਜੀ ਆਪ ਰਸਨਾ ਉੱਤੇ ਵਰਤ ਕੇ ਆਪਣੀ ਪਾਵਨ ਬਾਣੀ, ਆਪਣੇ ਸ਼ਬਦ ਦੀ ਵਿਚਾਰ ਸਾਹਿਬ ਆਪ ਕਰਵਾ ਲੈਣ ਔਰ ਆਪ ਸਰਬੱਤ ਸੰਗਤ ਬਖਸ਼ੋ ਅਸੀਸ। ਕੋਈ ਰਸਨਾ ਵਾਂਝੀ ਨਾ ਰਹੇ, ਦੋਵੇਂ ਹੱਥ ਜੋੜ ਆਪਣੀਆਂ ਮਨ ਬਿਰਤੀਆਂ ਨੂੰ ਇਕਾਗਰ ਕਰਦਿਆਂ ਲਵਾਓ ਗੁਰੂ ਚਰਨਾਂ ਵਿੱਚ ਹਾਜ਼ਰੀ। ਅਦਬ ਸਹਿਤ ਸਰਬੱਤ ਸੰਗਤ ਮਿਲ ਕਰਕੇ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਵਾਰ ਫਿਰ ਕਰੋ ਰਸਨਾਵਾਂ ਪਵਿੱਤਰ ਔਰ ਮਿਲ ਕੇ ਆਖੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਮਾਝ ਮਹੱਲਾ ਪੰਜਵਾ। ਪਏ ਕਿਰਪਾਲ ਗੋਵਿੰਦ ਗੋਸਾਈ, ਮੇਘ ਵਰਸੈ ਸਭਨੀ ਥਾਈ। ਦੀਨ ਦਇਆਲ ਸਦਾ ਕਿਰਪਾਲਾ, ਠਾਂਡ ਪਾਈ ਕਰਤਾਰੇ ਜੀਓ। ਜਿਸ ਪਾਵਨ ਸ਼ਬਦ ਦਾ ਪਾਠ ਆਪ ਸੰਗਤ ਨੇ ਬੜੇ ਅਦਬ ਸਤਿਕਾਰ ਦੇ ਨਾਲ ਪਿਆਰ ਸਹਿਤ ਮਾਨਯੋਗ ਭਾਈ ਸਾਹਿਬ ਹੋਰਾਂ ਪਾਸੋਂ ਸਰਵਣ ਕੀਤਾ ਹੈ। ਇਹ ਪਾਵਨ ਬਚਨ ਗੁਰੂ ਅਰਜਨ ਸਾਹਿਬ ਜੀ ਕੇ ਮੁਖਾਰਬਿੰਦ ਤੋਂ ਉਚਾਰਨ ਕੀਤੇ ਹੋਏ ਮਾਝ ਰਾਗ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਵਨ ਅੰਗ 105 ਦੇ ਉੱਪਰ ਸੁਭਾਈਮਾਨ ਹੈ। ਅੱਜ ਦੇ ਇਹਨਾਂ ਪਾਵਨ ਬਚਨਾਂ ਦੇ ਰਾਹੀਂ ਜੋ ਗੁਰੂ ਬਾਬਾ ਜੀ ਉਪਦੇਸ਼, ਜੋ ਸਿੱਖਿਆ ਸਾਨੂੰ ਬਖਸ਼ ਰਹੇ ਨੇ, ਉਸ ਵਿੱਚ सतगुरु जी ने अकाल पुरख परमेश्वर जी का स्वभाव जो प्रतिपालन वाला है, उस स्वभाव का जिक्र किया। जिथे साहिब जी अकाल पुरख जी के स्वभाव का जिक्र कर रहे ने, उथे साहिब जी ने रब जी के नाम की वडियाई नूं भी, रब जी के नाम की शोभा भी अज दे पावन बचनां राहीं कीती है। सब तो पहलां ते जिक्र करदिआं साहिब जी बोल आखदे
ਭਏ ਕਿਰਪਾਲ ਗੋਵਿੰਦ ਗੁਸਾਈ। ਗੋਵਿੰਦ ਕਹਿੰਦੇ ਨੇ ਧਰਤੀ ਦਾ ਰਾਜਾ ਜਿਹੜਾ ਹੈ, ਔਰ ਗੁਸਾਈ ਧਰਤੀ ਦਾ ਮਾਲਕ। ਦੋਵੇਂ ਲਫ਼ਜ਼ ਸਤਿਗੁਰੂ ਜੀ ਪਰਮੇਸ਼ਵਰ ਲਈ ਵਰਤ ਰਹੇ। ਜਦੋਂ ਧਰਤੀ ਦਾ ਰਾਜਾ ਤੇ ਧਰਤੀ ਦਾ ਮਾਲਕ ਕਿਰਪਾਲੂ ਹੋਇਆ, ਉਹ ਕਿਰਪਾ ਕਰਕੇ ਨਾ, ਜਾਂ ਕਿਰਪਾ ਰੂਪ ਵਜੋਂ ਕਹਿ ਲਓ, ਮੇਘ ਵਰਸੈ ਸਭਨੀ ਥਾਈਂ। ਮੇਘ ਕਹਿੰਦੇ ਨੇ ਬੱਦਲਾਂ ਨੂੰ, ਬੱਦਲ। ਫਿਰ ਬੱਦਲ ਵਰਸਦਾ ਹੈ ਸਾਰੀਆਂ ਥਾਵਾਂ ਦੇ ਉੱਤੇ। ਦੀਨ ਦਇਆਲ ਸਦਾ ਕਿਰਪਾਲਾ, ਉਹ ਜਿਹੜਾ ਦੀਨਾਂ ਉੱਤੇ ਦਇਆ ਕਰਨ ਵਾਲਾ ਦਇਆਲੂ ਹੈ, ਕਹਿੰਦੇ ਉਹ ਹਮੇਸ਼ਾ ਕਿਰਪਾਲ ਬਣ ਕੇ ਰਹਿਮਤ ਕਰਦਾ ਹੈ। ਜਦੋਂ ਉਹ ਕਿਰਪਾਲੂ ਬਣ ਕੇ ਕਿਰਪਾ ਕਰ ਦਏ ਤੇ ਕਹਿੰਦੇ ਠੰਡ ਪਾਈ ਕਰਤਾਰੇ ਜੀਓ, ਫਿਰ ਉਹ ਆਪੇ ਹੀ ਠੰਡ ਪਾ ਦਿੰਦਾ। ਹੁਣ ਸਤਿਗੁਰੂ ਜੀ ਕਿਹੜੇ ਬੱਦਲਾਂ ਦਾ ਜ਼ਿਕਰ ਕਰ ਰਹੇ ਔਰ ਕਿਹੜੀ ਠੰਡ ਦਾ ਜ਼ਿਕਰ ਸਤਿਗੁਰੂ ਪਾਤਸ਼ਾਹ ਕਰ ਰਹੇ ਨੇ? ਗੁਰੂ ਅਰਜਨ ਸਾਹਿਬ ਜੀ ਦੇ ਪਾਵਨ ਬੋਲ ਹੀ ਆਪਾਂ ਚੇਤੇ ਕਰਦੇ ਚੱਲੀਏ। ਜਦੋਂ 12 ਮਾਹ ਦੀ ਬਾਣੀ ਪੜ੍ਹਦੇ ਆ, ਸਤਿਗੁਰੂ 12 ਮਾਹ ਵਿੱਚ ਜ਼ਿਕਰ ਕਰਦੇ ਆ, ਆਖਦੇ ਆਸਾੜ ਤਪੰਦਾ ਤਿਸ ਲੱਗੈ ਹਰ ਨਾਹ ਨ ਜਿਨ੍ਹਾਂ ਪਾਸ, ਹਰ ਸਾਜਨ ਪੁਰਖ ਵਿਸਾਰ ਕੇ ਮਾਨਸ ਸੰਧੀ ਆਸ। ਜਿਨ੍ਹਾਂ ਨੇ ਰੱਬ ਨੂੰ ਵਿਸਾਰ ਕੇ ਆਪਣੇ ਅੰਦਰ ਕਿਸੇ ਮਨੁੱਖ ਦੇ ਉੱਤੇ, ਜੀਵ ਉੱਤੇ ਆਸ ਲਾਈ ਹੈ, ਉਹ ਤਪ ਰਹੇ ਨੇ, ਸੜ ਰਹੇ ਹੋ। ਉਹ ਤੋਂ ਅਗਲੇ ਪਾਵਨ ਬਚਨ ਵਿੱਚ ਜ਼ਿਕਰ ਕਰਦੇ ਆਖਦੇ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ। ਮਨ ਤਨ ਸੱਚਾ, ਮਨ ਤਨ ਰੱਤਾ ਸੱਚ ਰੰਗ ਇੱਕੋ ਨਾਮ ਆਧਾਰ। ਹੁਣ ਸਾਵਣ ਜਿਹੜਾ ਇਹ ਪ੍ਰਤੀਕ ਹੈ ਵਰਖਾ ਦਾ, ਸਾਉਣ ਦਾ ਮਹੀਨਾ। ਕਹਿੰਦੇ ਸਾਉਣ ਦੇ ਮਹੀਨੇ ਵਿੱਚ ਉਹ ਜੀਵ ਇਸਤਰੀ ਰਸ ਨਾਲ ਭਰ ਗਈ, ਜਾਂ ਇਉਂ ਕਹਿ ਲਓ ਉਹ ਜੀਵ ਇਸਤਰੀਆਂ ਰਸ ਵਾਲੀਆਂ ਰਸ ਨਾਲ ਭਰ ਜਾਂਦੀਆਂ ਨੇ। ਚਰਨ ਕਮਲ ਸਿਉ ਪਿਆਰ, ਜਿਨ੍ਹਾਂ ਦਾ ਪ੍ਰੇਮ ਰੱਬ ਜੀ ਕੇ ਚਰਨਾਂ ਨਾਲ ਬਣ ਜਾਂਦਾ ਹੈ। ਇੱਕ ਬਚਨ ਹੋਰ ਸਾਂਝਾ ਕਰਦੇ ਚੱਲਾਂ। ਸਤਿਗੁਰੂ ਜੀ ਨੇ ਜ਼ਿਕਰ ਕਰਦਿਆਂ ਆਖਿਆ, ਕਹਿੰਦੇ ਬਾ ਬੀਖਾ ਅੰਮ੍ਰਿਤ ਵੇਲੇ ਬੋਲਿਆ ਤਾਂ ਦਰ ਸੁਣੀ ਪੁਕਾਰ, ਮੇਘੈ ਨੋ ਫੁਰਮਾਨ ਹੋਆ ਵਰਸੋ ਕਿਰਪਾ ਧਾਰ। ਔਰ ਮਾਲਕ ਜੀ ਨਾਲ ਜ਼ਿਕਰ ਕਰਦਿਆਂ ਆਖਦੇ ਕਿ ਹਉ ਮੈਂ ਉਹਨਾਂ ਤੋਂ ਬਲਿਹਾਰ ਨੇ ਜਾਨਾ, ਕੁਰਬਾਨ ਜਾਨਾ, ਜਿਨ੍ਹਾਂ ਨੇ ਆਪਣੇ ਅੰਦਰ ਸੱਚ ਨੂੰ ਉਰਧਾਰ ਲਿਆ, ਹਿਰਦੇ ਵਿੱਚ ਧਾਰਨ ਕਰਕੇ ਰੱਖ। ਹਉ ਤਿਨ ਕਹਿ ਬਲਿਹਾਰ ਨੇ, ਜਿਨ ਸੱਚ ਰੱਖਿਆ ਉਰਧਾਰ। ਜਿਨ੍ਹਾਂ ਨੇ ਆਪਣੇ ਹਿਰਦੇ ਵਿੱਚ ਸੱਚ ਨੂੰ ਧਾਰਨ ਕਰਕੇ ਰੱਖ ਲਿਆ। ਕਿਉਂਕਿ ਅੱਜ ਦਾ ਪਾਵਨ ਬਚਨ ਸਾਹਿਬ ਆਰੰਭ ਕਰਦਿਆਂ ਕਹਿੰਦੇ ਭਏ ਕਿਰਪਾਲ, ਪਹਿਲੋਂ ਉਹ ਕਿਰਪਾਲੂ ਹੁੰਦਾ ਹੈ, ਕਿਰਪਾ ਕਰਦਾ। ਹੁਣ ਇਹ ਤੇ ਹੈ ਨਹੀਂ ਵੀ ਉਹ ਕਿਰਪਾਲੂ ਹੋਇਆ ਤੇ ਅਸੀਂ ਉਹਦੇ ਅੱਗੇ ਅਰਜ਼ੋਈ ਕੀਤੀ ਨਾ ਹੋਵੇ। ਅਰਜ਼ ਕਰਾਂਗੇ ਤੇ ਕਿਰਪਾਲੂ ਹੋਏਗਾ ਨਾ, ਅਰਜ਼ੋਈ ਕਰਾਂਗੇ ਤੇ ਰਹਿਮਤ ਦੇ ਘਰ ਵਿੱਚ ਆਏਗਾ, ਦਇਆ ਦੇ ਘਰ ਵਿੱਚ ਆਏਗਾ।
ਦਇਆ ਦੇ ਘਰ ਵਿੱਚ ਆ ਕੇ ਫਿਰ ਉਹ ਕਿਰਪਾ ਕਰਦਾ ਹੈ, ਰਹਿਮਤ ਵਰਤਾਉਂਦਾ ਹੈ। ਇਸ ਲਈ ਪਹਿਲੋਂ ਬਾਬੀਖੇ ਨੂੰ ਬੋਲਣਾ ਪੈਂਦਾ ਹੈ। ਹੁਣ ਉੱਥੇ ਬਾਬੀਖਾ ਅਸੀਂ ਕੇਵਲ ਉਹ ਪੰਛੀ ਨਹੀਂ, ਇਉਂ ਕਹਿ ਸਕਦੇ ਹਾਂ ਵੀ ਸਤਿਗੁਰੂ ਉਦਾਹਰਣ ਤੇ ਬਾਹਰੀ ਤੌਰ ਉੱਤੇ ਦੇ ਰਹੇ, ਪਰ ਜ਼ਿਕਰ ਉਹ ਸਾਡੇ ਹਿਰਦਿਆਂ ਦਾ, ਸਾਡੇ ਮਨਾਂ ਦਾ ਕਰ ਰਹੇ ਕਿ ਜਦੋਂ ਅੰਮ੍ਰਿਤ ਵੇਲੇ ਬਾਬੀਖਾ ਆਪਣੀ ਅਰਜ਼ ਲੈ ਕੇ, ਆਪਣੀ ਅਰਜ਼ੋਈ ਲੈ ਕੇ ਪਰਮੇਸ਼ਵਰ ਦੇ ਅੱਗੇ ਅਰਜ਼ੋਈ ਕਰਦਾ ਹੈ, ਬੇਨਤੀ ਕਰਦਾ ਹੈ, ਤੇ ਉਦੋਂ ਪਰਮੇਸ਼ਵਰ ਵੱਲੋਂ ਫਿਰ ਕਿਰਪਾ ਦਾ ਮੀਂਹ ਵਰਸਾਇਆ ਜਾਂਦਾ ਹੈ, ਕਿਰਪਾ ਦੇ ਬੱਦਲ ਵਰਸਾਏ ਜਾਂਦੇ ਨੇ। ਤੇ ਜਦੋਂ ਉਹ ਰਹਿਮਤ ਦੇ ਬੱਦਲ ਵਰਸਾਉਂਦਾ ਹੈ, ਆਪਣੀ ਕਿਰਪਾ ਦੇ ਮੇਘ ਵਰਸਾਉਂਦਾ ਹੈ, ਤੇ ਉਹਨਾਂ ਮੇਘਾਂ ਦੇ ਸਦਕਾ, ਉਹਨਾਂ ਬੱਦਲਾਂ ਦੇ ਸਦਕਾ ਮਨ ਨੂੰ ਤ੍ਰਿਪਤੀ ਮਿਲਦੀ, ਮਨ ਨੂੰ ਸ਼ਾਂਤੀ ਮਿਲਦੀ, ਮਨ ਨੂੰ ਸਕੂਨ ਮਿਲਦਾ ਹੈ। ਬਸ ਉਸੇ ਸ਼ਾਂਤੀ ਨੂੰ ਅੱਜ ਸਤਿਗੁਰੂ ਜੀ ਠੰਡ ਦਾ ਨਾਮ ਦੇ ਰਹੇ ਕਿ ਉਹ ਮਨ ਜਿਹੜਾ ਤਪਸ਼ ਨਾਲ ਤਪ ਰਿਹਾ ਸੀ, ਉਹ ਮਨ ਜਿਹੜਾ ਨਿਤਾ ਪ੍ਰਤੀ ਤ੍ਰਿਸ਼ਨਾ ਦੀ ਅੱਗ ਵਿੱਚ ਸੜ ਰਿਹਾ ਸੀ, ਉਹ ਮਨ ਜਿਹੜਾ ਨਿਤਾ ਪ੍ਰਤੀ ਵਿਕਾਰਾਂ ਦੀ ਅੱਗ ਵਿੱਚ ਮੱਚ ਰਿਹਾ ਹੈ, ਉਸ ਮਨ ਦੇ ਉੱਤੇ ਜਦੋਂ ਪਰਮੇਸ਼ਵਰ ਨੇ ਆਪਣੀ ਕਿਰਪਾ ਰੂਪੀ ਬੱਦਲ, ਰਹਿਮਤ ਰੂਪੀ ਵਰਖਾ ਪਾਈ, ਉਸ ਵਰਖਾ ਦੇ ਜਲ ਨਾਲ ਤਪਦਾ ਹੋਇਆ ਹਿਰਦਾ ਵੀ ਠੰਡਾ ਠਾਰ ਹੋ ਗਿਆ। ਇਸੇ ਕਰਕੇ ਜਦੋਂ ਮਾਲਕ ਜੀ ਨੇ ਬਾਣੀ 'ਚ ਜ਼ਿਕਰ ਕੀਤਾ ਨਾ, ਤੇ ਸਤਿਗੁਰੂ ਜੀ ਨੇ ਜ਼ਿਕਰ ਕਰਦਿਆਂ ਕਈ ਚੀਜ਼ਾਂ ਦਾ ਜ਼ਿਕਰ ਕੀਤਾ। ਜਦੋਂ ਸਾਡੇ ਤਪਦੇ ਹੋਏ ਮਨ ਦੀ ਬਾਤ ਆਉਂਦੀ ਹੈ, ਤਪਦਾ ਹੋਇਆ ਮਨ, ਅਸੀਂ ਇਹਨੂੰ ਨਿਤਾ ਪ੍ਰਤੀ ਠੰਡਿਆਂ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਯਤਨ ਕਰਦੇ ਹਾਂ, ਪਰ ਅਫਸੋਸ ਇਸ ਬਾਤ ਦਾ ਹੈ ਅਸੀਂ ਕਾਇਆ ਨੂੰ ਠੰਡਿਆਂ ਕਰਦੇ ਰਹਿ ਗਏ, ਸਰੀਰ ਠੰਡੇ ਕਰਦੇ ਰਹਿ ਗਏ, ਪਰ ਆਪਣੇ ਤਪਦੇ ਹੋਏ ਹਿਰਦੇ ਤਪਸ਼ ਨੂੰ ਅਸੀਂ ਠੰਡਿਆਂ ਨਹੀਂ ਕਰ ਸਕੇ। ਬਾਪੂ ਜੀ ਨੂੰ ਅਖੀਰ ਕਹਿਣਾ ਪਿਆ, ਚੰਦਨ ਚੰਦ ਨਾ ਸਰਦ ਰੁੱਤ ਮੂਲ ਨਾ ਮਿਟਈ ਕਾਮ, ਸ਼ੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਰੱਬ ਦਾ ਨਾਮ ਹੈ ਜਿਹੜਾ ਸਾਨੂੰ ਸ਼ੀਤਲਤਾ ਬਖਸ਼ਦਾ, ਠੰਡਿਆਂ ਠਾਰ ਕਰ ਦਿੰਦਾ, ਜਿਹਨੂੰ ਆਪਾਂ ਜਦੋਂ ਸਾਹਿਬ ਜੀ ਕੀ ਪਾਵਨ ਬਾਣੀ ਪੜ੍ਹਦੇ ਆ ਨਾ, ਤੇ ਮਾਲਕ ਜੀ ਪਾਵਨ ਬਾਣੀ ਦੇ ਰਾਹੀਂ ਵੀ ਜ਼ਿਕਰ ਕਰਦੇ ਆ, ਸਮਝਾਉਂਦੇ ਕਿ ਉਹ ਅਕਾਲ ਪੁਰਖ ਪਰਮੇਸ਼ਵਰ ਜਿਹੜਾ ਨਾ, ਜਦੋਂ ਆਪ ਰਹਿਮਤ ਦੇ ਘਰ ਵਿੱਚ ਆ ਜਾਂਦਾ ਹੈ, ਰਹਿਮਤ ਦੇ ਘਰ ਵਿੱਚ ਆਉਂਦਾ ਹੈ, ਭਏ ਕਿਰਪਾਲ ਗੋਬਿੰਦ ਗੋਸਾਈ, ਜਦੋਂ ਉਹ ਕਿਰਪਾਲੂ ਹੋਇਆ ਤੇ ਉਹਨੇ ਹੁਕਮ ਕੀਤਾ, ਕਿਹਨੂੰ ਹੁਕਮ ਹੈ ਵਰਸਣ ਲੱਗੈ ਮੇਹਾਂ, ਉਹਨੇ ਆਪ ਹੁਕਮ ਕਰਦਿਆਂ ਹੋਇਆਂ ਵਰਖਾ ਨੂੰ ਵਰਨ ਵਾਸਤੇ, ਵਰਖਾ ਨੂੰ ਬੱਦਲਾਂ ਨੂੰ ਵਰਨ ਵਾਸਤੇ ਆਖਿਆ, ਔਰ ਉਹਦੇ ਹੁਕਮ ਦੇ ਵਿੱਚ ਜਦੋਂ ਵਰਖਾ ਦਾ, ਬੱਦਲਾਂ ਦਾ ਕਿਰਪਾ ਰੂਪੀ ਮੀਂਹ ਪਿਆ, ਸਾਹਿਬ ਕਹਿੰਦੇ ਸਾਜਨ ਸੰਤ ਮਿਲ ਨਾਮ ਜਪੇਹਾ, ਅਕਾਲ ਪੁਰਖ ਪਰਮੇਸ਼ਵਰ ਦੇ ਰੱਬੀ ਜਨ ਜਿਹੜੇ ਨੇ, ਪਿਆਰੇ ਨੇ, ਉਹ ਬੈਠ ਕੇ ਪਰਮੇਸ਼ਵਰ ਦੇ ਨਾਮ ਦੀ ਆਰਾਧਨਾ ਕਰਦੇ, ਤੇ ਜਦੋਂ ਉਹਦੀ ਆਰਾਧਨਾ ਕੀਤੀ ਜਾਂਦੀ ਹੈ, ਸ਼ੀਤਲ ਸ਼ਾਂਤ ਸਹਿਜ ਸੁਖ ਪਾਇਆ, ਠਾਂਡ ਪਾਈ ਪ੍ਰਭ ਆਪੇ ਜੀਓ, ਉਹ ਆਪੇ ਹੀ ਕਿਰਪਾ ਕਰਕੇ ਜੀਵਨ ਦੇ ਅੰਦਰ ਸ਼ੀਤਲਤਾ, ਜੀਵਨ ਦੇ ਅੰਦਰ ਸ਼ਾਂਤੀ, ਜੀਵਨ ਦੇ ਅੰਦਰ ਸਹਿਜ ਆਪੇ ਹੀ ਸਾਡੇ ਭਰ ਦਿੰਦਾ ਹੈ, ਔਰ ਆਪ ਹੀ ਉਹ ਕਿਰਪਾ ਕਰਦਾ ਹੋਇਆ ਸਾਨੂੰ ਸਹਿਜ ਅਵਸਥਾ ਦਾ ਪਾਤਰ ਬਣਾਉਂਦਾ ਹੈ। ਔਰ ਚੇਤਾ ਰੱਖੀਏ, ਜਿੰਨਾ ਚਿਰ ਸਾਡੇ ਕੋਲ ਸਾਡੇ ਜੀਵਨਾਂ ਦੇ ਅੰਦਰ ਸ਼ਾਂਤ ਸੁਭਾਵ, ਸਹਿਜ ਭਰਿਆ, ਧੀਰਜ ਭਰਿਆ ਸੁਭਾਵ, ਔਰ ਜਿਤਨਾ ਚਿਰ ਅਕਾਲ ਪੁਰਖ ਪਰਮੇਸ਼ਵਰ ਜੀ ਕੀ ਬਖਸ਼ਿਸ਼ ਨਹੀਂ ਨਾ, ਹੋ ਸਕਦਾ ਸਾਡੇ ਕੋਲ ਸਰੀਰ ਨੂੰ ਠੰਡਿਆਂ ਕਰਨ ਵਾਸਤੇ ਬਹੁਤ ਪਦਾਰਥ ਹੋਣ, ਪਰ ਮਨ ਦੀ ਅਸੀਂ ਕਦੇ ਤਪਤ ਬੁਝਾ ਨਹੀਂ ਸਕਦੇ। ਉਸੇ ਵਕਤ ਮਨ ਦੀ ਤਪਸ਼ ਬੁਝਦੀ ਹੈ ਜਾਂ ਮਨ ਦੀ ਤਪਤ ਬੁਝਦੀ ਹੈ ਜਦੋਂ ਉਹ ਪਰਮੇਸ਼ਵਰ ਆਪ ਕਿਰਪਾਲੂ ਕਰਕੇ ਤੇ ਸਾਡੇ ਮਨਾਂ ਨੂੰ ਠੰਡਿਆਂ ਠਾਰ ਕਰਦਾ ਹੈ। ਸਾਹਿਬ ਜੀ ਆਖਦੇ, ਉਹ ਪਰਮੇਸ਼ਵਰ ਕਿਰਪਾ ਦੇ ਘਰ ਵਿੱਚ ਆਏ, ਉਹਨਾਂ ਨੇ ਮੇਘ ਸਾਰੀਆਂ ਥਾਵਾਂ ਦੇ ਉੱਤੇ, ਜਦੋਂ ਜ਼ਿਕਰ ਕੀਤਾ ਮਾਲਕ ਜੀ ਨੇ ਕਿ ਉਹਦੇ ਹੁਕਮ ਦੇ ਵਿੱਚ ਸਾਵਣ ਆਇਆ, ਹੇ ਸਖੀ, ਜਦੋਂ ਸਾਵਣ ਆਇਆ ਮਤਲਬ ਮੀਂਹ ਵਰਿਆ, ਜਿਹਨੂੰ ਬਾਪੂ ਜੀ ਨੇ ਜਦੋਂ ਜ਼ਿਕਰ ਕੀਤਾ ਨਾ ਬਾਣੀ ਵਿੱਚ, ਇੱਕ ਥਾਂ ਤੇ ਆਖਦੇ ਵੀ ਊਨਵ ਊਨਵ ਆਇਆ, ਬਰਸੈ ਲਾਏ ਝੜੀ,
ਉਹ ਬੜਾ ਨਿਉ ਕੇ ਬੱਦਲ, ਉਹਨਾਂ ਦਾ ਮਤਲਬ ਨੀਵੇਂ ਹੋ ਕੇ, ਨੀਵੇਂ ਹੋ ਕੇ ਬੱਦਲ ਆਏ। ਤੇ ਉਹ ਜਿਹੜੇ ਨੀਵੇਂ ਹੋ ਕੇ ਬੱਦਲ ਆਏ ਨਾ, ਉਹ ਵਰ ਰਹੇ, ਹੁਣ ਵਰਸ ਰਹੇ, ਝੜੀ ਲਾ ਕੇ ਵਰਸ ਰਹੇ ਹੋ। ਤੇ ਉਹ ਜਿਹੜੀ ਝੜੀ ਲਾਈ ਹੈ ਨਾ ਉਹਨਾਂ ਨੇ, ਬਸ ਉਹ ਇਉਂ ਕਹਿ ਲਓ ਵੀ ਗੂੜੀ ਸ਼ਹਿਬਰ ਲੱਗੀ ਹੋਈ ਹੈ। ਉਹ ਇੰਨਾ ਕੁ ਜ਼ਿਆਦਾ ਮਨ ਨੂੰ ਉਹਨਾਂ ਨੇ ਠੰਡਿਆਂ ਠਾਰ ਕੀਤਾ, ਮਨ ਨੂੰ ਸਕੂਨ ਨਾਲ ਭਰ ਦਿੱਤਾ, ਮਨ ਨੂੰ ਸ਼ਾਂਤੀ ਨਾਲ ਭਰ ਦਿੱਤਾ ਕਿ ਅੰਦਰ ਲੱਗੀ ਹੋਈ ਹਰ ਪ੍ਰਕਾਰ ਦੀ ਅੱਗ ਜਿਹੜੀ ਉਹ ਬੁੱਝ ਗਈ। ਚਾਹੇ ਉਹ ਤ੍ਰਿਸ਼ਨਾ ਦੀ ਸੀ, ਚਾਹੇ ਉਹ ਲੋਭ ਦੀ ਅਗਨ ਸੀ, ਭਾਵੇਂ ਵਿਕਾਰਾਂ ਦੀ ਅਗਨ ਦਾ ਜ਼ਿਕਰ ਕਿਉਂ ਨਾ ਕਰ ਲਈਏ, ਜਿਸ ਅੱਗ ਦੇ ਅੰਦਰ ਸਾਰੇ ਦਾ ਸਾਰਾ ਸੰਸਾਰ ਮੱਚ ਤੇ ਸੜ ਰਿਹਾ। ਇਸੇ ਕਰਕੇ ਸਾਹਿਬ ਜੀ ਨੇ ਜਦੋਂ ਜ਼ਿਕਰ ਕੀਤਾ ਨਾ, ਤੇ ਮਾਲਕ ਜੀ ਬਾਬਾ ਫਰੀਦ ਸਾਹਿਬ ਕਹਿੰਦੇ, ਕਿਜ ਨਾ ਬੁੱਝੈ ਕਿਜ ਨਾ ਸੁਝੈ, ਦੁਨੀਆ ਗੁੱਝੀ ਭਾ, ਸਾਈਂ ਮੇਰਾ ਚੰਗਾ ਕੀਤਾ, ਨਾਹੀਂ ਤਾਂ ਹਮ ਪੀ ਦੱਝਾਂ ਆਖੇ। ਮੇਰੇ ਮਾਲਕ ਨੇ ਬੜਾ ਚੰਗਾ ਕੀਤਾ, ਰਹਿਮਤ ਵਰਤਾਈ, ਨਹੀਂ ਤੇ ਇਸ ਅੱਗ ਦੇ ਵਿੱਚ ਮੈਂ ਵੀ ਸੜ ਜਾਣਾ ਸੀ, ਜਿਸ ਅਗਨ ਦੇ ਅੰਦਰ ਸਾਰੇ ਦਾ ਸਾਰਾ ਸੰਸਾਰ ਸੜ ਰਿਹਾ। ਔਰ ਇਹਦੇ 'ਚ ਕੋਈ ਅਤ ਕਥਨੀ ਨਹੀਂ ਹੈ। ਬਾਹਰੀ ਤੌਰ ਉੱਤੇ ਤੇ ਅਸੀਂ ਆਪਣੇ ਸਰੀਰਾਂ ਦੀ ਸਾਂਭ ਸੰਭਾਲ ਬਹੁਤ ਕੀਤੀ ਹੈ, ਆਪਣੇ ਸਰੀਰ ਸੰਭਾਲ ਕੇ ਰੱਖੇ, ਆਪਣੀ ਕਾਇਆ ਦਾ ਬੜਾ ਖਿਆਲ ਰੱਖਿਆ। ਜਿੱਥੇ ਅਸੀਂ ਬਾਹਰੀ ਤੌਰ ਦੇ ਉੱਤੇ ਕਾਇਆ ਨੂੰ ਤਪਸ਼ ਤੋਂ ਬਚਾਇਆ, ਅੱਗ ਤੋਂ ਬਚਾਇਆ, ਗਰਮੀ ਤੋਂ ਬਚਾਇਆ, ਹਰ ਢੰਗ ਹਰ ਤਰੀਕਾ ਵਰਤਿਆ, ਪਰ ਜਿੰਨਾ ਅਸੀਂ ਬਾਹਰੀ ਤੌਰ ਉੱਤੇ ਸੁੱਖ ਤੇ ਆਰਾਮ ਵਿੱਚ ਵਸਦੇ ਜਾ ਰਹੇ ਹਾਂ, ਸੁੱਖ ਔਰ ਆਰਾਮ ਭਰੀਆਂ ਹੋਈਆਂ ਵਸਤੂਆਂ ਨਾਲ ਅਸੀਂ ਰਹਿ ਰਹੇ ਹਾਂ, ਓਨਾ ਹੀ ਅਸੀਂ ਮਨਾ ਕਰਕੇ ਨਿਤਾ ਪ੍ਰਤੀ ਅੱਗ ਦੇ ਵਿੱਚ ਮੱਚ ਰਹੇ ਹਾਂ, ਸੜ ਰਹੇ ਹਾਂ। ਸਾਡਾ ਮਨ ਸੜ ਰਿਹਾ ਅੱਗ ਦੇ ਅੰਦਰ। ਅਸੀਂ ਹਿਰਦਿਆਂ ਕਰਕੇ ਜੇ ਕਹਿ ਲਈਏ ਨਾ, ਤਪਸ਼ ਦੇ ਕਰਕੇ ਮੁਰਝਾ ਚੁੱਕੇ ਹਾਂ। ਸਾਡੇ ਹਿਰਦਿਆਂ ਦਾ ਮੁਰਝਾਇਆ ਹੋਣਾ ਜਾਂ ਸਾਡੇ ਹਿਰਦਿਆਂ ਦਾ ਕੁਮਲਾਇਆ ਹੋਣਾ ਸਾਡੇ ਜੀਵਨ ਦੇ ਨਿਤਾ ਪ੍ਰਤੀ ਪ੍ਰਭਾਵਾਂ ਤੋਂ ਅਸੀਂ ਮਹਿਸੂਸ ਕਰਦੇ ਹਾਂ। ਕਿਉਂਕਿ ਹਰ ਵਕਤ ਜ਼ਿੰਦਗੀਆਂ ਦੇ ਵਿੱਚ, ਹਰ ਵਕਤ ਜੀਵਨਾਂ ਦੇ ਵਿੱਚ ਨਾਮੋਸ਼ੀ, ਹਰ ਵਕਤ ਜੀਵਨ ਵਿੱਚ ਮਾਯੂਸੀ ਇਸ ਗੱਲ ਦੀ ਪ੍ਰਤੀਕ ਹੈ ਕਿ ਅਸੀਂ ਹਿਰਦਿਆਂ ਕਰਕੇ ਮੁਰਝਾ ਚੁੱਕੇ ਹਾਂ, ਕੁਮਲਾ ਚੁੱਕੇ ਹਾਂ। ਸਾਡੇ ਮਨ ਤਪਸ਼ ਨਾਲ ਸੜ ਚੁੱਕੇ ਨੇ। ਸੜਿਆ ਹੋਇਆ ਬੂਟਾ ਕਦੇ ਹਰਿਆ ਨਹੀਂ ਹੋਇਆ, ਕੁਮਲਾਇਆ ਹੋਇਆ ਬੂਟਾ ਕਦੇ ਹਰਿਆ ਨਹੀਂ ਹੋਇਆ। ਪਰ ਮਾਲਕ ਕਹਿੰਦੇ, ਜੇ ਕਿਤੇ ਮਨ ਕਰਕੇ ਤੂੰ ਕੁਮਲਾ ਚੁੱਕਾ ਨਾ, ਇਉਂ ਕਰ, ਰੱਬ ਅੱਗੇ ਅਰਜ਼ੋਈ ਕਰ, ਰੱਬ ਅੱਗੇ ਬੇਨਤੀ ਕਰ। ਜਦੋਂ ਪਰਮੇਸ਼ਵਰ ਅੱਗੇ ਬੇਨਤੀ ਕਰੇਗਾ ਤੇ ਸਾਹਿਬ ਜੀ ਆਖਦੇ ਕਿ ਉਹ ਅਕਾਲ ਪੁਰਖ ਪਰਮੇਸ਼ਵਰ, ਉਹ ਦਇਆਲੂ ਪਰਮਾਤਮਾ ਜਿਹੜਾ ਨਾ, ਆਪ ਕਿਰਪਾ ਕਰਕੇ ਆਪਣੇ ਹੁਕਮ ਦੇ ਵਿੱਚ, ਆਪਣੀ ਰਜ਼ਾ ਦੇ ਅੰਦਰ ਆਪ ਫਿਰ ਉਹ ਵਰਖਾ ਦਾ ਮੀਂਹ ਵਰਾਉਂਦਾ ਹੈ, ਆਪ ਉਹ ਕਿਰਪਾ ਦਾ ਮੀਂਹ ਵਰਾਉਂਦਾ ਹੈ। ਤੇ ਉਹਦੀ ਕਿਰਪਾ ਦੇ ਸਦਕਾ ਫਿਰ ਜੀਵ ਜਿਹੜਾ ਨਾ, ਉਹ ਆਪਣੇ ਜੀਵਨ ਦੇ ਅੰਦਰ ਸਕੂਨ ਕਹਿ ਲਓ, ਖਿੜਾਓ ਕਹਿ ਲਓ, ਸ਼ਾਂਤੀ ਕਹਿ ਲਓ, ਆਪਣੇ ਜੀਵਨ ਵਿੱਚ ਹਾਸਲ ਕਰਦਾ। ਜਿਹਨੂੰ ਧੰਨ ਗੁਰੂ ਅਰਜਨ ਸਾਹਿਬ ਕਹਿੰਦੇ, ਪਾਰ ਬ੍ਰਹਮ ਪ੍ਰਭ ਮੇਘ ਪਠਾਇਆ, ਉਹਨੇ ਆਪ ਕਿਰਪਾ ਕੀਤੀ, ਉਹਨੇ ਕਿਰਪਾ ਦਾ ਬੱਦਲ ਭੇਜਿਆ। ਜਦੋਂ ਉਹਨੇ ਰਹਿਮਤ ਵਰਤਾਈ, ਜਲ ਥਲ ਮਹੀਲ ਦਹ ਦਿਸ਼ ਵਰਸਾਇਆ, ਉਹਨੇ ਫਿਰ ਉਹ ਜਲ ਵਿੱਚ ਵੀ, ਥਲ ਵਿੱਚ ਵੀ, ਸੰਸਾਰਿਕ ਤੌਰ ਦੇ ਉੱਤੇ, ਬਾਹਰੀ ਤੌਰ ਉੱਤੇ ਕਹਿ ਲਓ, ਅਧਿਆਤਮ ਤੌਰ ਉੱਤੇ ਆਖ ਲਈਏ, ਦਸਾਂ ਦਿਸ਼ਾਵਾਂ ਦੇ ਅੰਦਰ ਉਹਨੇ ਮੀਂਹ ਵਰਾਇਆ, ਉਹਨੇ ਵਰਖਾ ਕੀਤੀ। ਜਿਸ ਵਕਤ ਉਹ ਕਿਰਪਾ ਕਰਦਾ, ਸ਼ਾਂਤ ਭਈ ਬੁੱਝੀ ਸਭ ਤ੍ਰਿਸ਼ਨਾ, ਫਿਰ ਸਾਰੀ ਤ੍ਰਿਸ਼ਨਾ ਵੀ ਮੁੱਕ ਗਈ, ਸ਼ਾਂਤੀ ਜੀਵਨ ਵਿੱਚ ਆ ਵਸੀ, ਆਨੰਦ ਭਇਆ ਸਭ ਠਾਈ ਜੀਓ। ਫਿਰ ਸਾਰੀਆਂ ਥਾਵਾਂ ਦੇ ਉੱਤੇ ਪ੍ਰਸੰਨਤਾ ਤੇ ਆਨੰਦ ਬਣ ਜਾਂਦਾ ਹੈ। ਪਰ ਇਹ ਸਾਰੀ ਖੇਡ ਉਦੋਂ ਵਰਤਦੀ ਜਦੋਂ ਉਹ ਅਕਾਲ ਪੁਰਖ ਪਰਮੇਸ਼ਵਰ ਆਪ ਰਹਿਮਤ ਕਰਕੇ ਆਪਣੀ ਕਿਰਪਾ ਦੀ ਬਾਰਿਸ਼ ਕਰਦਾ ਹੈ। ਆਪਣੇ ਜੀ ਜੰਤ ਪ੍ਰਤਪਾਰੇ, ਜਿਉ ਬਾਰਿਕ ਮਾਤਾ ਸਮਾਰੇ, ਦੁਖ ਭੰਜਨ ਸੁਖ ਸਾਗਰ ਸੁਆਮੀ, ਦੇਤ ਸਗਲ ਆਹਾਰੇ ਜਿਉ। ਅਸੀਂ ਜ਼ਿੰਦਗੀ ਤੇ ਜਿਉਂਦੇ ਆ,
ਭਰੋਸਾ ਵੀ ਬਹੁਤ ਕਰੀਦਾ ਹੈ, ਪਰ ਭਰੋਸਾ ਸਾਡਾ ਮਨੁੱਖਾਂ ਉੱਤੇ ਹੈ, ਵਿਸ਼ਵਾਸ ਸਾਡਾ ਮਾਨਸ ਉੱਤੇ ਹੈ। ਔਰ ਇੱਕ ਖਿਆਲ ਰੱਖਿਓ, ਜੋ ਸਤਿਗੁਰੂ ਜੀ ਪਾਵਨ ਬਾਣੀ 'ਚ ਉਪਦੇਸ਼ ਦਿੰਦੇ ਨੇ, ਜਦੋਂ ਅਧਿਆਤਮ ਦੇ ਮਾਰਗ ਉੱਤੇ ਚੱਲਣ ਦੀ ਵਾਰੀ ਆਉਂਦੀ ਨਾ, ਅਧਿਆਤਮ ਦੇ ਰਾਹ ਉੱਤੇ, ਸਭ ਤੋਂ ਪਹਿਲਾ ਕਦਮ ਅਧਿਆਤਮ ਦੇ ਰਸਤੇ ਤੇ ਤੁਰਨ ਦਾ ਸਾਰੀਆਂ ਆਸਾਵਾਂ ਛੱਡ ਦੇਣੀਆਂ। ਸਭ ਤੋਂ ਪਹਿਲਾ ਕਦਮ, ਜਾਂ ਇਉਂ ਕਹਿ ਲਓ ਵੀ ਜਿਸ ਦਿਨ ਇੱਕ ਪਰਮੇਸ਼ਵਰ ਉੱਤੇ ਆਸ ਲੈ ਕੇ ਇਨਸਾਨ ਤੁਰ ਪਏ ਬਾਕੀ ਆਸਾਵਾਂ ਛੱਡ ਕੇ, ਉਦਣ ਇਹਨੇ ਅਧਿਆਤਮ ਦੇ ਰਾਹ ਉੱਤੇ ਪਹਿਲਾ ਕਦਮ ਚੁੱਕਿਆ ਹੈ। ਜਿਹਨੂੰ ਬਾਪੂ ਜੀ ਨੇ ਨਾ, ਗੁਰੂ ਅਰਜਨ ਸਾਹਿਬ ਜੀ ਨੇ ਜਦੋਂ ਜ਼ਿਕਰ ਕੀਤਾ ਤੇ ਮਾਲਕ ਆਖਦੇ, ਮਾਨੁਖ ਕੀ ਟੇਕ ਬ੍ਰਿਥੀ ਸਭ ਜਾਣ, ਦੇਵਨ ਕਉ ਇੱਕ ਹੈ ਭਗਵਾਨ। ਜਿਸ ਕੈ ਦੀਆ ਰਹਿ ਅਘਾਏ, ਬਹੁੜ ਨਾ ਤ੍ਰਿਸ਼ਨਾ ਲਾਗੇ ਆਏ। ਮਾਰੇ ਰਾਖੈ ਏਕੋ ਆਪ, ਮਾਨੁਖ ਕੈ ਕਿਛ ਨਾਹੀ ਹਾਥ। ਆਸ ਕਿਹਦੇ ਤੇ ਹੈ ਤੇ ਡਰ ਕਿਹਦੇ ਤੋਂ ਹੈ? ਦੋ ਚੀਜ਼ਾਂ ਹੀ ਨੇ ਨਾ। ਜਾਂ ਤੇ ਬੰਦਾ ਆਪਣੇ ਆਪ ਦੀ ਰਖਵਾਲੀ ਵਾਸਤੇ ਦੂਜੇ ਤੇ ਆਸ ਲਾ ਕੇ ਬੈਠਾ, ਤੇ ਜਾਂ ਦੂਜੇ ਤੋਂ ਡਰ ਕੇ ਬੈਠਾ ਵੀ ਕਿਤੇ ਮਾਰ ਨਾ ਦਏ। ਹੁਣ ਗੁਰੂ ਅਰਜਨ ਸਾਹਿਬ ਕਹਿੰਦੇ ਵੀ ਆਪਣੇ ਮਨ ਅੰਦਰ ਇਹ ਬਾਤ ਪੱਕੀ ਕਰ ਲਾ ਵੀ ਮਾਰਨ ਵਾਲਾ ਵੀ ਉਹ ਤੇ ਰੱਖਣ ਵਾਲਾ ਵੀ ਉਹ। ਆਸ ਕਿਹਦੇ ਤੋਂ ਲਾਉਣੀ ਹੈ? ਜਿਹੜਾ ਰੱਖ ਸਕਦਾ ਹੋਵੇ, ਸਿਵਾਏ ਪਰਮੇਸ਼ਵਰ ਤੋਂ ਦੂਜਾ ਕੋਈ ਨਹੀਂ। ਤੇ ਡਰ ਕਿਹਦੇ ਤੋਂ ਰੱਖਣਾ? ਜਿਹੜਾ ਮਾਰਨ ਵਾਲਾ ਹੋਵੇ, ਸਿਵਾਏ ਪਰਮੇਸ਼ਵਰ ਤੋਂ। ਵੀ ਦੁਨੀਆ ਲੱਖ ਯਤਨ ਕਰ ਲਏ, ਸੰਸਾਰ ਲੱਖ ਕੋਸ਼ਿਸ਼ਾਂ ਕਰ ਲਏ, ਪਰ ਕਦੇ ਮਾਰ ਨਹੀਂ ਸਕਦਾ। ਜੇ ਇੱਕ ਪਰਮੇਸ਼ਵਰ ਆਪ ਰਹਿਮਤ ਦੇ ਘਰ ਵਿੱਚ ਹੋਵੇ, ਹਾਂ, ਜਿੱਦਣ ਰੱਬ ਮਾਰਨ ਤੇ ਆ ਜਾਏ, ਉਦਣ ਦੁਨੀਆ ਭਾਵੇਂ ਸਾਰੀ ਇੱਕ ਪਾਸੇ ਹੋ ਕੇ ਰੱਖਣ ਲੱਗ ਜਾਏ, ਨਹੀਂ ਰੱਖ ਸਕਦੀ। ਰੱਬ ਦਾ ਮਾਰਿਆ ਕਦੇ ਬਚਦਾ ਨਹੀਂ, ਰੱਬ ਦਾ ਬਚਾਇਆ ਕਦੇ ਮਰਦਾ ਨਹੀਂ। ਬਾਪੂ ਜੀ ਨੇ ਆਖਿਆ, ਕਹਿੰਦੇ ਆਪਣੇ ਜੀ ਜੰਤ ਪ੍ਰਤ ਪਾਰੇ। ਉਹ ਆਪਣੇ ਜੀਵਾਂ ਨੂੰ, ਆਪਣੇ ਬਣਾਏ ਜੰਤੂਆਂ ਨੂੰ ਪਾਲਦਾ। ਮੈਂ ਕਿਵੇਂ ਕਹਿਦਾ ਵੀ ਮੈਨੂੰ ਪਾਲਣ ਵਾਲਾ ਕੋਈ ਹੋਰ ਹੈ, ਜਦੋਂ ਪਰਮੇਸ਼ਵਰ ਆਪ ਸੰਭਾਲ ਕਰ ਰਿਹਾ। ਆਪਾਂ ਮੰਗਲਾ ਚਰਨ ਵਿੱਚ ਇੱਕ ਪਾਵਨ ਬਚਨ ਪੜ੍ਹਦੇ ਆਏ ਆ, ਤੁਮ ਦਾਤੇ ਠਾਕੁਰ ਪ੍ਰਤ ਪਾਲਕ, ਨਾਇਕ ਖਸਮ ਹਮਾਰੇ। ਨਿਮਖ ਨਿਮਖ ਤੁਮ ਹੀ ਪ੍ਰਤ ਪਾਲੋ, ਹਮ ਬਾਰਿਕ ਤੁਮਰੇ ਤਾਰੇ। ਸੰਭਾਲ ਤੇ ਤੁਸੀਂ ਕਰ ਰਹੇ। ਜੇ ਸਾਡੀ ਪ੍ਰਤਪਾਲਣਾ ਦੀ ਬਾਤ ਆਈ ਤੇ ਰੱਬ ਜੀ ਤੁਸੀਂ ਪ੍ਰਤਪਾਲਕ, ਤੁਸੀਂ ਦਾਤੇ। ਜੇ ਸਾਡੀ ਸੰਭਾਲ ਦੀ ਬਾਤ ਆਈ ਤੇ ਸੰਭਾਲਣ ਵਾਲੇ ਤੁਸੀਂ। ਸਾਨੂੰ ਰਿਜ਼ਕ ਦੇਣ ਦੀ ਬਾਤ ਆਈ ਤੇ ਰਿਜ਼ਕ ਦੇਣ ਵਾਲੇ ਦਾਤੇ ਵੀ ਤੁਸੀਂ। ਰਿਜ਼ਕ ਵੀ ਕਿਸੇ ਹੋਰ ਨਹੀਂ ਦਿੱਤਾ। ਹਾਂ, ਇਹ ਜ਼ਰੂਰ ਹੈ, ਜ਼ਰੀਆ ਤੁਸੀਂ ਕੋਈ ਨਾ ਕੋਈ ਬਣਾਇਆ ਹੈ, ਤਰੀਕਾ ਕੋਈ ਨਾ ਕੋਈ ਬਣਾਇਆ ਹੈ। ਪਰ ਚੇਤਾ ਰੱਖੀਏ, ਜਿਹੜਾ ਜ਼ਰੀਆ ਪਰਮੇਸ਼ਵਰ ਨੇ ਬਣਾਇਆ, ਕੱਲ ਨੂੰ ਉਹ ਜ਼ਰੀਆ ਨਾ ਰਵੇ। ਇਹ ਨਹੀਂ ਸਾਡੀ ਪ੍ਰਤਪਾਲਣਾ ਰੁਕ ਜਾਏਗੀ, ਜਾਂ ਸਾਨੂੰ ਪਾਲਣ ਵਾਲਾ ਜਿਹੜਾ ਉਹ ਚਲੇ ਗਿਆ ਤੇ ਹੁਣ ਅਸੀਂ ਵੀ ਚਲੇ ਜਾਾਂਗੇ। ਨਹੀਂ, ਉਹ ਪਾਲਣ ਵਾਲਾ ਹੈ। ਜਿਹੜਾ ਜ਼ਰੀਆ ਸੀ ਉਹ ਜ਼ਰੀਆ ਵਿੱਚੋਂ ਖਤਮ ਹੋ ਗਿਆ। ਹੋ ਸਕਦਾ ਹੈ ਪਰਮੇਸ਼ਵਰ ਆਪ ਰਹਿਮਤ ਕਰੇ, ਕਿਰਪਾ ਕਰੇ, ਜ਼ਰੀਆ ਕੋਈ ਹੋਰ ਬਣਾ ਕੇ ਸਾਡੇ ਸਾਹਮਣੇ ਖੜਾ ਕਰ ਦਏ। ਪਰ ਚੇਤਾ ਰੱਖੀਏ, ਪ੍ਰਤਪਾਲਣਾ ਉਹ ਕਦੇ ਨਹੀਂ ਤਿਆਗਦਾ, ਉਹ ਨਿਤਾ ਪ੍ਰਤੀ ਸਾਡੀ ਸੰਭਾਲ ਕਰਦਾ ਹੀ ਹੈ। ਪਰ ਅਸੀਂ ਆਸ ਮਨੁੱਖਾਂ ਉੱਤੇ ਨਹੀਂ, ਅਸੀਂ ਆਸ ਕਿਸੇ ਦੂਸਰੇ ਉੱਤੇ ਨਹੀਂ, ਇੱਕ ਪਰਮੇਸ਼ਵਰ ਦੀ ਆਸ ਉੱਤੇ ਜਿਉਣਾ, ਇੱਕ ਪ੍ਰਭੂ ਜੀ ਦੀ ਆਸ ਉੱਤੇ ਜਿਉਣਾ।
ਤੇ ਸਾਹਿਬ ਆਖਦੇ ਕਹਿੰਦੇ ਆਪਣੇ ਜੀ ਜੰਤ ਪ੍ਰਤਪਾਰੇ, ਤੇ ਉਹ ਪ੍ਰਤਪਾਲਣਾ ਇਹ ਨਹੀਂ ਵੀ ਏਕਣ ਜਾਣ ਵਾਂਗੂ ਕਰੀ ਜਾਂਦਾ ਵੀ ਚੱਲ ਕੋਈ ਨਹੀਂ ਜਿੱਥੇ ਇਹਨੂੰ 4 ਦਿੱਤੀਆਂ ਇੱਕ ਇਹਨੂੰ ਵੀ ਦੇ ਦੇ, ਐਦਾਂ ਨਹੀਂ ਉਹ ਸੰਭਾਲ ਕਰਦਾ। ਬਾਪੂ ਜੀ ਨੇ ਦ੍ਰਿਸ਼ਟਾਂਤ ਬੜਾ ਪਿਆਰਾ ਵਰਤਿਆ, ਕਹਿੰਦੇ ਜਿਉਂ ਬਾਰਿਕ ਮਾਤਾ ਸੰਭਾਰੇ, ਜਿਵੇਂ ਆਪਣੇ ਬੱਚੇ ਨੂੰ ਮਾਂ ਪਾਲਦੀ ਹੈ ਨਾ, ਰੱਬ ਸਾਨੂੰ ਉਵੇਂ ਪਾਲਦਾ ਹੈ। ਹੁਣ ਮਾਂ ਕੀ ਕਰਦੀ, ਜੇ ਮਾਂ ਦੇ 7 8 10 5 6 ਜਿੰਨੇ ਵੀ ਬੱਚੇ ਨੇ, ਜਦੋਂ ਮਾਂ ਨੇ ਭੋਜਨ ਦੇਣਾ ਨਾ, ਉਹਨੇ ਇਹ ਨਹੀਂ ਕਹਿਣਾ ਵੀ ਇੱਕ ਦੀ ਥਾਲੀ ਮੈਂ ਭਰ ਕੇ ਢੇਰ ਲਾ ਦਿਆਂ ਤੇ ਦੂਜੇ ਭੁੱਖੇ ਰਹਿ ਜਾਣ, ਨਹੀਂ, ਉਹ ਸਾਰਿਆਂ ਨੂੰ ਇੱਕੋ ਜਿਹਾ ਦਿੰਦੀ, ਉਹਨਾਂ ਦਿੰਦੀ ਹੈ ਜਿੰਨਾ ਕੋਈ ਛਕ ਲਏ। ਜਦੋਂ ਮਾਂ ਭੋਜਨ ਦਿੰਦੀ ਹੈ, ਮਾਂ ਪ੍ਰਸ਼ਾਦਾ ਦਿੰਦੀ ਹੈ ਪਰੋਸ ਕੇ, ਤੇ ਮਾਂ ਪਰੋਸ ਕੇ ਭੋਜਨ ਉਹਨਾਂ ਦਿੰਦੀ ਹੈ ਜਿੰਨਾ ਪਤਾ ਉਹਨੂੰ ਮੇਰੀ ਔਲਾਦ ਨੇ, ਮੇਰੇ ਬੱਚੇ ਨੇ ਛਕ ਲੈਣਾ, ਜਾਂ ਜਿੰਨਾ ਬੱਚਾ ਛਕ ਲਏਗਾ ਮਾਂ ਉਹਨਾਂ ਚਿਰ ਉਹਦੀ ਥਾਲੀ ਵਿੱਚ ਭੋਜਨ ਪਰੋਸੀ ਜਾਂਦੀ ਹੈ। ਇਹ ਨਹੀਂ ਵੀ ਇੱਕ ਬੱਚਾ ਕਵੇ ਵੀ ਮੈਂ ਖਾਣੇ 2 ਪ੍ਰਸ਼ਾਦੇ ਤੇ ਮਾਂ ਉਹਨੂੰ ਕਵੇ ਵੀ ਤੈਨੂੰ ਮਿਲਣਾ ਅੱਧਾ, ਤੇ ਜਿਹੜਾ ਆਖੇ ਵੀ ਮੈਂ ਖਾਣਾ ਅੱਧਾ ਨਹੀਂ, ਮਾਂ ਉਹਨੂੰ ਕਵੇ ਵੀ ਮੈਂ ਤੇ ਤੇਰੀ ਥਾਲੀ 'ਚ 4 ਹੀ ਰੱਖਣੇ, ਐਦਾਂ ਨਹੀਂ। ਜੇ ਜਿੰਨੀ ਕਿਸੇ ਨੂੰ ਜ਼ਰੂਰਤ, ਮਾਂ ਹਮੇਸ਼ਾ ਥਾਲ ਵਿੱਚ ਭੋਜਨ ਓਨਾ ਹੀ ਪਰੋਸ ਕੇ ਰੱਖਦੀ ਹੈ। ਜੇ ਕਿਤੇ ਬੱਚਾ ਉਸ ਤੋਂ ਵਧੇਕ ਵੀ ਚਾਵੇ ਜਿੰਨਾ ਮਾਂ ਨੇ ਉਹਦੀ ਥਾਲੀ ਵਿੱਚ ਪਰੋਸ ਕੇ ਰੱਖਿਆ, ਤੇ ਹੋ ਸਕਦਾ ਮਾਂ ਆਪਣੇ ਹੱਥ ਵਿਚਲੀ ਵੀ ਉਹਦੀ ਥਾਲੀ 'ਚ ਰੱਖ ਦੇ ਵੀ ਲੈ ਮੇਰਿਆ ਪੁੱਤਰਾ, ਲੈ ਮੇਰੀਏ ਧੀਏ, ਆ ਭੋਜਨ ਤੂੰ ਛਕ ਲਾ। ਆਪਣੇ ਵਾਸਤੇ ਪ੍ਰਬੰਧ ਮਾਂ ਭਾਵੇਂ ਮੁੜ ਕੇ ਦੁਬਾਰਾ ਕਰ ਲਏ, ਪਰ ਚੇਤਾ ਰੱਖੀਏ ਉਹ ਕਦੇ ਆਪਣੀ ਔਲਾਦ ਨੂੰ ਪਾਲਣ ਲੱਗਿਆਂ ਵਿਤਕਰਾ ਨਹੀਂ ਰੱਖਦੀ। ਇਸ ਲਈ ਸਾਹਿਬ ਗੁਰੂ ਅਰਜਨ ਪਾਤਸ਼ਾਹ ਜੀ ਨੇ ਅੱਜ ਬੜਾ ਉਪਕਾਰ ਕੀਤਾ। ਮਾਲਕ ਕਹਿੰਦੇ ਰੱਬ ਜੀ ਸਾਨੂੰ ਪ੍ਰਤਪਾਲਦੇ ਨੇ, ਸਾਡੀ ਸੰਭਾਲ ਕਰਦੇ, ਪਰ ਕਿਸੇ ਅਣਜਾਣ ਵਾਂਗੂ ਨਹੀਂ, ਕਿਸੇ ਵੀ ਹੋਰ ਤਰੀਕੇ ਨਾਲ ਨਹੀਂ। ਜਿਵੇਂ ਇੱਕ ਮਾਂ ਆਪਣੇ ਬੱਚੇ ਦੀ ਸੰਭਾਲ ਕਰਦੀ ਹੈ, ਰੱਬ ਉਸੇ ਤਰ੍ਹਾਂ ਸਾਡੀ ਪ੍ਰਤਪਾਲਣਾ ਕਰਦਾ। ਇਸੇ ਕਰਕੇ ਤੇ ਜਦੋਂ ਆਪਾਂ ਸਾਹਿਬ ਕੀ ਪਾਵਨ ਬਾਣੀ ਪੜ੍ਹਦੇ ਹਾਂ, ਮਾਲਕ ਜੀ ਨੇ ਜਦੋਂ ਪਰਮੇਸ਼ਵਰ ਜੀ ਨੂੰ ਵਡਿਆਇਆ, ਰੱਬ ਜੀ ਨੂੰ ਜਦੋਂ ਸ਼ੋਭਾ ਵਿੱਚ ਰੱਬ ਜੀ ਦੀ ਵਡਿਆਈ ਵਿੱਚ ਬਚਨ ਆਖੇ, ਤੇ ਅਕਾਲ ਪੁਰਖ ਪਰਮੇਸ਼ਵਰ ਨੂੰ ਜਿੱਥੇ ਪ੍ਰਤਪਾਲਕ ਕਹਿ ਕੇ ਨਿਵਾਜਦੇ ਨੇ, ਉੱਥੇ ਸਤਿਗੁਰੂ ਜੀ ਅਕਾਲ ਪੁਰਖ ਨੂੰ ਮਾਂ ਕਹਿ ਕੇ ਵੀ ਸੰਬੋਧਨ ਕਰਦੇ, ਅਕਾਲ ਪੁਰਖ ਪਰਮੇਸ਼ਵਰ ਨੂੰ ਪਿਤਾ ਕਹਿ ਕੇ ਵੀ ਸੰਬੋਧਨ ਕਰਦੇ, ਔਰ ਆਪੇ ਹੀ ਉਹ ਪ੍ਰਤਪਾਲਕ ਹੈ, ਆਪੇ ਹੀ ਸਾਡੀ ਪ੍ਰਤਪਾਲਣਾ ਕਰਨ ਵਾਲਾ ਪ੍ਰਤਪਾਲੂ ਬਣ ਕੇ ਬੈਠਾ ਹੈ, ਔਰ ਨਿਤਾ ਪ੍ਰਤੀ ਸਾਡੀ ਸਾਰ ਵੀ ਸੰਭਾਲ ਰਿਹਾ, ਨਿਤਾ ਪ੍ਰਤੀ ਸਾਡੀ ਸਾਰ ਲੈ ਵੀ ਰਿਹਾ, ਨਿਤਾ ਪ੍ਰਤੀ ਹਰ ਪ੍ਰਕਾਰ ਦੇ ਦੁੱਖ ਤੋਂ ਤਕਲੀਫ ਤੋਂ ਸਾਨੂੰ ਉਭਾਰ ਵੀ ਰਿਹਾ ਹੈ। ਹਰ ਢੰਗ ਨਾਲ ਉਹ ਸਾਡਾ ਰਖਵਾਲਾ ਬਣ ਕੇ ਬੈਠਾ ਹੈ। ਜਿਵੇਂ ਇੱਕ ਮਾਂ ਹਰ ਦੁੱਖ ਹਰ ਤਕਲੀਫ ਨੂੰ ਆਪਣੇ ਤਨ ਉੱਤੇ ਝੱਲ ਕੇ ਆਪਣੀ ਔਲਾਦ ਦੀ ਰਖਵਾਲੀ ਕਰਦੀ ਹੈ, ਹਰ ਦੁੱਖ ਨੂੰ ਝੱਲ ਕੇ ਆਪਣੀ ਔਲਾਦ ਨੂੰ ਸੰਭਾਲਦੀ ਹੈ, ਉਸੇ ਤਰ੍ਹਾਂ ਪਰਮੇਸ਼ਵਰ ਹਰ ਤਰੀਕੇ ਦੇ ਢੰਗ ਦੇ ਹਰ ਪ੍ਰਕਾਰ ਦੇ ਦੁੱਖ, ਹਰ ਪ੍ਰਕਾਰ ਦੀ ਤਕਲੀਫ ਆਪਣੇ ਸੇਵਕਾਂ ਤੋਂ ਪਾਸੇ ਰੱਖਦਾ ਹੋਇਆ ਉਹਨਾਂ ਦੀ ਸੰਭਾਲ ਕਰਦਾ ਹੈ। ਸਾਹਿਬ ਜੀ ਆਖਦੇ ਜਿਵੇਂ ਪਰਮੇਸ਼ਵਰ ਜੀ ਨੇ ਸਾਡੀ ਪ੍ਰਤਪਾਲਣਾ ਕੀਤੀ, ਫਿਰ ਕਿਹਾ ਦੁੱਖ ਭੰਜਨ ਸੁਖ ਸਾਗਰ ਸੁਆਮੀ, ਉਹ ਸੁੱਖਾਂ ਦਾ ਬੜਾ ਵੱਡਾ ਸਾਗਰ ਹੈ, ਦੁੱਖਾਂ ਨੂੰ ਭੰਜਣ ਵਾਲੇ ਨੇ ਪਰਮੇਸ਼ਵਰ ਜੀ। ਦੇਤ ਸਗਲ ਆਹਾਰੇ ਜੀਓ, ਸਾਰਿਆਂ ਦੀ ਝੋਲੀ ਵਿੱਚ ਉਹ ਆਹਾਰ ਪਾ ਰਹੇ ਨੇ। ਕੋਈ ਵੀ ਐਸਾ ਜੀਵ ਨਹੀਂ ਜਿਹਦੀ ਝੋਲੀ ਵਿੱਚ ਉਹ ਆਹਾਰ ਨਾ ਪਾਏ। ਜਿਵੇਂ ਪਿਛਲੇਰੇ ਦੀਵਾਨਾਂ ਵਿੱਚ ਵੀ ਆਪ ਜੀ ਅੱਗੇ ਬੇਨਤੀ ਕੀਤੀ ਸੀ ਵੀ ਜਿੱਦਾਂ ਦੇ ਸਾਡੇ ਕਰਮ ਨੇ ਨਾ, ਅਸੀਂ ਆਹਾਰ ਦੇ ਕਾਬਲ ਵੀ ਨਹੀਂ ਆ, ਔਰ ਫਿਰ ਵੀ ਦੇ ਹੀ ਜਾਂਦਾ। ਗੁਰੂ ਨਾਨਕ ਸਾਹਿਬ ਜੀ ਦਾ ਇੱਕ ਪਾਵਨ ਬਚਨ ਬੜਾ ਪਿਆਰਾ, ਉਹ ਬਚਨ ਸਾਂਝਾ ਕਰਨ ਤੋਂ ਪਹਿਲਾਂ ਇੱਕ ਅਰਜ਼ੋਈ ਕਰਦਾ ਚੱਲਾਂ, ਜੋ ਇਨਸਾਨੀ ਸੁਭਾਅ ਹੈ। ਅਸੀਂ ਕਿਸੇ ਨੂੰ ਇੱਕ ਵਸਤੂ, ਇੱਕ ਪਦਾਰਥ ਦਿੱਤਾ, ਕਿਸੇ ਵੀ ਜੀਵ ਨੂੰ, ਬਦਲੇ ਵਿੱਚ ਅਸੀਂ ਕੀ ਲੋਚਦੇ ਹਾਂ ਵੀ ਉਹ ਸਾਡਾ ਹੁਣ ਸ਼ੁਕਰਾਨਾ ਕਰੇ, ਵੀ ਮੈਂ ਉਹਦੀ ਮਦਦ ਕੀਤੀ, ਚਾਹੇ ਮਦਦ ਹੀ ਕੀਤੀ ਹੋਵੇ ਕਿਸੇ ਵਸਤੂ ਨੂੰ ਲੈ ਕੇ, ਬਦਲੇ ਵਿੱਚ ਅਸੀਂ ਸੋਚਿਆ ਵੀ ਉਹ ਸ਼ੁਕਰਾਨਾ ਕਰੇ। ਚਲੋ
ਹੋ ਸਕਦਾ ਵੀ ਅਸੀਂ ਇਹ ਨਾ ਸੋਚਿਆ ਹੋਵੇ ਉਹ ਸ਼ੁਕਰਾਨਾ ਕਰੇ, ਪਰ ਅਸੀਂ ਕਦੇ ਇਹ ਵੀ ਨਹੀਂ ਸੋਚਿਆ ਵੀ ਉਹ ਵਸਤੂ ਲੈ ਕੇ ਮੁੜ ਕੇ ਆਖੇ ਵੀ ਤੇਰੇ ਤੋਂ ਮੈਂ ਕੀ ਲਿਆ, ਮੁੱਕਰ ਹੀ ਜਾਏ। ਕਦੇ ਅਸੀਂ ਇਹ ਵੀ ਨਹੀਂ ਸੋਚਿਆ। ਹਾਂ, ਇਹ ਮਨ ਵਿੱਚ ਜ਼ਰੂਰ ਆਉਂਦਾ ਹੈ ਕਿ ਮੈਂ ਇਹਦੀ ਸੰਭਾਲ ਕੀਤੀ ਹੈ ਤੇ ਕੱਲ ਨੂੰ ਜਦੋਂ ਕਿਤੇ ਵੀ ਸਮਾਂ ਬਣੇ, ਲੋੜ ਪਵੇ, ਤੇ ਇਹ ਬੰਦਾ ਮੈਨੂੰ ਇਹ ਨਾ ਆਖੇ ਵੀ ਤੂੰ ਮੈਨੂੰ ਕੀ ਦਿੱਤਾ ਹੈ। ਜਦੋਂ ਵੀ ਕਿਤੇ ਸਮਾਂ ਜਾਂ ਸਬੱਬ ਬਣੇ ਉਦੋਂ ਇਹ ਕਹੇ ਵੀ ਸੱਜਣਾ ਮੇਰੀ ਸੰਭਾਲ ਤੂੰ ਕੀਤੀ, ਮੈਨੂੰ ਆ ਵਸਤੂ ਤੂੰ ਦਿੱਤੀ ਹੈ। ਇਹ ਆਸ ਹੈ, ਇੱਕ ਇਨਸਾਨੀ ਸੁਭਾਅ ਹੈ। ਪਰ ਰੱਬ ਜੀ ਵਾਲੇ ਪਾਸੇ ਇਹ ਕੁਝ ਨਹੀਂ ਹੈ। ਇੱਕ ਬੰਦਾ ਬੰਦੇ ਦੀ ਹੈਲਪ ਕਰੇ, ਮਦਦ ਕਰੇ, ਬੰਦਾ ਸਾਰੀ ਜ਼ਿੰਦਗੀ ਉਹਦਾ ਆਭਾਰੀ ਰਹਿੰਦਾ। ਮੈਂ ਭਾਈ ਤੇਰਾ ਤਾਬੇਦਾਰ ਆ, ਤੂੰ ਲੋੜ ਪੈਣ ਤੇ ਮੇਰੀ ਮਦਦ ਕੀਤੀ ਸੀ। ਅਸੀਂ ਰੱਬ ਦੇ ਤਾਬੇਦਾਰ ਕਿਉਂ ਨਹੀਂ ਬਣੇ? ਗੁਰੂ ਨਾਨਕ ਸਾਹਿਬ ਨੇ ਇੱਕ ਜ਼ਿਕਰ ਕੀਤਾ ਬਾਣੀ ਵਿੱਚ, ਕਹਿੰਦੇ ਰੱਬ ਦੇਈ ਜਾਂਦਾ ਹੈ, ਦੇਈ ਜਾਂਦਾ ਹੈ, ਪਦਾਰਥ ਸਾਡੀ ਝੋਲੀ 'ਚ ਪਾਈ ਜਾਂਦਾ। ਬਹੁਤਾਤ ਗਿਣਤੀ ਹੈ, ਕੇਤੇ ਲੈ ਲੈ ਮੁਕਰ ਪਾਹੇ। ਕੇਤੇ ਮੂਰਖ ਖਾਹੀ ਖਾਹੇ, ਕੇਤਿਆਂ ਦੁਖ ਭੂਖ ਸਦ ਮਾਰ। ਇਹ ਪੇਦਾਤ ਤੇਰੀ। ਉਹਦੇ ਕੋਲੋਂ ਲੈਣ ਵਾਲੇ ਬੜੇ ਨੇ, ਕਿਉਂਕਿ ਹਰ ਜੀਵ ਉਹਦੇ ਕੋਲੋਂ ਹੀ ਲੈਣ ਵਾਲਾ ਨਾ। ਉਹ ਦੇਣਹਾਰ ਹੈ, ਅਸੀਂ ਲੈਣਹਾਰ ਹਾਂ। ਉਹ ਦੇ ਰਿਹਾ, ਸਾਡੀ ਝੋਲੀ ਭਰ ਰਿਹਾ। ਉਹ ਦਾਤਾਰ ਹੈ, ਅਸੀਂ ਮੰਗਤੇ ਹਾਂ। ਪਰ ਉਹਦੇ ਕੋਲੋਂ ਮੰਗਣ ਵਾਲਿਆਂ ਦੀਆਂ ਕੈਟਾਗਰੀਜ਼ ਨੇ ਵੱਖਰੀਆਂ ਵੱਖਰੀਆਂ। ਇੱਕ ਕੈਟਾਗਰੀ ਤੇ ਇਹ ਹੈ ਜਿਹੜੇ ਲੈ ਕੇ ਕਹਿੰਦੇ ਰੱਬਾ ਦਿੱਤਾ ਹੀ ਕੀ, ਮੁੱਕਰ ਹੀ ਜਾਂਦੇ। ਇੱਕ ਕੈਟਾਗਰੀ ਇਹ ਹੈ ਜਦ ਕਿ ਜਦੋਂ ਲੋੜ ਪੈਂਦੀ ਹੈ ਨੱਕ ਰੱਬ ਅੱਗੇ ਰਗੜਿਆ ਜਾਂਦਾ। ਜਦੋਂ ਜ਼ਰੂਰਤ ਪੈਂਦੀ ਤੇ ਪਰਮੇਸ਼ਵਰ ਅੱਗੇ ਮਸਤਕ ਝੁਕਾ ਕੇ ਝੋਲੀ ਅੱਡ ਕੇ ਆਖਦੇ ਰੱਬਾ ਝੋਲੀ ਭਰ। ਜਦੋਂ ਝੋਲੀ ਭਰ ਜਾਂਦੀ ਫਿਰ ਤੂੰ ਦਿੱਤਾ ਕੀ। ਇੱਕ ਕੈਟਾਗਰੀ ਇਹ ਹੈ ਜਿਹੜੇ ਮੂਰਖਤਾਈ ਵਸ ਹੋਏ ਖਾਹੀ ਖਾਹੇ ਖਾਈ ਜਾਂਦੇ, ਖਾਈ ਜਾਂਦੇ, ਖਾਣ ਤੋਂ ਬਾਅਦ ਚ ਕਹਿੰਦੇ ਰੱਬਾ ਤੂੰ ਤੇ ਭੁੱਖਿਆ ਮਾਰਤਾ। ਦੂਜੀ ਕੈਟਾਗਰੀ ਫਿਰ ਸਾਹਿਬ ਕਹਿੰਦੇ ਇੱਕ ਕੈਟਾਗਰੀ ਉਹ ਹੈ ਜਿਹੜੇ ਕਹਿੰਦੇ ਕੇਤਿਆਂ ਦੁਖ ਭੂਖ ਸਦ ਮਾਰ। ਇਹ ਪੇਦਾਤ ਤੇਰੀ, ਦਾਤਾਰ ਜਿਨ੍ਹਾਂ ਨੂੰ ਤੂੰ ਦਿੱਤਾ, ਜਿਨ੍ਹਾਂ ਨੇ ਤੇਰੇ ਕੋਲੋਂ ਲੈ ਕੇ ਖਾਧਾ, ਉਹ ਕਹਿੰਦੇ ਰੱਬਾ ਤੂੰ ਦਿੱਤਾ ਕੀ, ਤੂੰ ਤੇ ਭੁੱਖਿਆਂ ਮਾਰਿਆ। ਇੱਕ ਜਿਨ੍ਹਾਂ ਨੇ ਆਪਣੇ ਤਨ ਉੱਤੇ ਦੁੱਖ ਹੰਢਾਇਆ, ਜਿਨ੍ਹਾਂ ਨੇ ਆਪਣੇ ਤਨ ਉੱਤੇ ਭੁੱਖ ਨੂੰ ਹੰਢਾਇਆ। ਸਾਹਿਬ ਕਹਿੰਦੇ ਉਹ ਜੀਵ, ਉਹਨਾਂ ਦੇ ਅੰਦਰ ਰੱਬ ਨੇ ਧੀਰਜ, ਉਹਨਾਂ ਦੇ ਮਨ ਅੰਦਰ ਰੱਬ ਜੀ ਨੇ ਸਹਿਜ, ਉਹਨਾਂ ਦੇ ਮਨ ਅੰਦਰ ਪਰਮੇਸ਼ਵਰ ਜੀ ਨੇ ਸਬਰ ਇੰਨਾ ਕੁ ਭਰਿਆ। ਇਹ ਹਰ ਤਰ੍ਹਾਂ ਦਾ ਦੁੱਖ, ਹਰ ਤਰ੍ਹਾਂ ਦੀ ਭੁੱਖ ਹੰਢਾਉਂਦਿਆਂ ਵੀ ਹੱਥ ਜੋੜ ਆਖਦੇ ਇਹ ਪੇਦਾਤ ਤੇਰੀ, ਦਾਤਾਰ। ਰੱਬਾ ਇਹ ਵੀ ਤੇ ਤੇਰੀ ਦਾਤ ਹੈ ਨਾ। ਅਸੀਂ ਤੇ ਤੇਰੇ ਸ਼ੁਕਰਗੁਜ਼ਾਰ ਹਾਂ ਕਿ ਤੂੰ ਆਪਣੀ ਨਦਰ ਦੇ ਪਾਤਰ ਜਾਣਦਿਆਂ ਹੋਇਆਂ ਸਾਡੇ ਉੱਤੇ ਆਪਣੀ ਕਿਰਪਾ ਕਰ ਰਿਹਾ ਔਰ ਰਹਿਮਤ ਵਰਤਾਉਂਦਾ ਹੋਇਆ ਸਾਡਾ ਦਾਤਾਰ ਬਣ ਕੇ ਸਾਡੀ ਝੋਲੀ ਵਿੱਚ ਦਾਤ ਪਾ ਰਹੇ ਹਾਂ। ਅਸੀਂ ਇੰਨੇ 'ਚ ਹੀ ਪਰੇਸ਼ਾਨ ਹਾਂ। ਇੱਕ ਕੈਟਾਗਰੀ ਇਹ ਹੈ। ਸਾਹਿਬ ਜੀ ਆਖਦੇ ਦੁੱਖ ਭੰਜਨ ਸੁਖ ਸਾਗਰ ਸੁਆਮੀ ਹੈ, ਸੁੱਖਾਂ ਦਾ ਸਾਗਰ, ਦੁੱਖਾਂ ਨੂੰ ਭੰਜ ਦੇਣ ਵਾਲਾ। ਦੇਤ ਸਗਲ ਆਹਾਰੇ ਜੀਓ, ਔਰ ਆਹਾਰ ਉਹ ਸਭਨਾਂ ਦੀ ਝੋਲੀ ਦੇ ਅੰਦਰ ਪਾ ਰਿਹਾ ਹੈ। ਜਲ ਥਲ ਪੂਰ ਰਹਿਆ ਮਿਹਰਵਾਨਾ, ਸਦ ਬਲਿਹਾਰ ਜਾਈਐ ਕੁਰਬਾਨਾ। ਰੈਣ ਦਿਨਸ ਤਿਸ ਸਦਾ ਧਿਆਈ, ਜੇ ਖਿਨ ਮਹਿ ਸਗਲ ਉਦਾਰੇ ਜਿਉ। ਫਿਰ ਸਾਹਿਬ ਆਖਦੇ ਕਹਿੰਦੇ ਜਲ ਥਲ ਪੂਰ ਰਹਿਆ ਮਿਹਰਵਾਨਾ। ਗੁਰੂ ਅਰਜਨ ਸਾਹਿਬ ਜੀ ਪਾਵਨ ਬਚਨ ਕਰਦੇ ਆਖਦੇ ਜਲ ਥਲ ਮਹੀਲ ਪੂਰਿਆ ਰਵਿਆ ਵਿੱਚ ਬਣਾ।
ਉਹ ਸਾਰੀਆਂ ਥਾਵਾਂ ਉੱਤੇ ਪਰਿਪੂਰਨ ਹੈ, ਵਸਿਆ ਹੋਇਆ। ਸਦ ਬਲਿਹਾਰ ਜਾਈਐ ਕੁਰਬਾਨਾ, ਕਹਿੰਦੇ ਮੈਂ ਉਹਦੇ ਤੋਂ ਹਮੇਸ਼ਾ ਵਾਰਨੇ ਕੁਰਬਾਨ ਜਾਣਾ, ਵਾਰਨੇ ਜਾਣਾ ਉਹਨਾਂ ਤੋਂ। ਫਿਰ ਰੈਣ ਦਿਨਸ ਤਿਸ ਸਦਾ ਧਿਆਈ, ਜੇ ਖਿਨ ਮੈਂ ਸਗਲ ਉਧਾਰੇ ਜੀਓ, ਜਿਹੜਾ ਅੱਖ ਝਮਕਣ ਜਿੰਨੇ ਸਮੇਂ ਵਿੱਚ ਸਾਰਿਆਂ ਦਾ ਹੀ ਉਧਾਰ ਕਰ ਦਿੰਦਾ। ਇਹ ਕਹਿਣਾ ਬਹੁਤ ਸੌਖਾ ਹੈ ਕਿ ਰੱਬ ਸਾਰੀਆਂ ਥਾਵਾਂ ਤੇ ਵੱਸਦਾ ਹੈ, ਕਿਉਂਕਿ ਜ਼ੁਬਾਨ ਹੀ ਹੈ, ਹਿਲਾ ਕੇ ਕਹਿ ਦੇਣਾ ਵੀ ਰੱਬ ਸਾਰੀਆਂ ਥਾਵਾਂ ਤੇ ਵੱਸਦਾ, ਬੜਾ ਸੌਖਾ ਹੈ। ਤੇ ਦੋ ਗੱਲਾਂ ਨੇ, ਰੱਬ ਸਾਰੀਆਂ ਥਾਵਾਂ ਤੇ ਵੱਸਦਾ। ਪਰ ਜਿੰਨਾ ਇਹ ਕਹਿਣਾ ਸੌਖਾ ਨਾ, ਓਨਾ ਹੀ ਆਪਣੀ ਜ਼ਿੰਦਗੀ ਵਿੱਚ ਇਹਨੂੰ ਮਹਿਸੂਸ ਕਰਨਾ ਮੁਸ਼ਕਲ ਹੈ ਕਿ ਰੱਬ ਸਾਰੀਆਂ ਥਾਵਾਂ ਤੇ ਵੱਸਦਾ, ਓਨਾ ਹੀ ਮੁਸ਼ਕਲ ਹੈ। ਜਿੰਨਾ ਇਹ ਕਹਿਣਾ ਆਸਾਨ ਹੈ ਕਿ ਰੱਬ ਸਾਰੇ ਜੀਵਾਂ ਵਿੱਚ ਬੈਠਾ ਹੈ, ਓਨਾ ਹੀ ਇਹਨੂੰ ਮਹਿਸੂਸ ਕਰਨਾ ਔਖਾ ਹੈ। ਜਿੰਨਾ ਇਹ ਕਹਿਣਾ ਸੌਖਾ ਹੈ ਕਿ ਰੱਬ ਜੀ ਕੁਦਰਤ ਦੇ ਕਣ ਕਣ ਵਿੱਚ ਬੈਠੇ ਨੇ, ਓਨਾ ਹੀ ਇਹਨੂੰ ਆਪਣੀ ਜ਼ਿੰਦਗੀ 'ਚ ਮਹਿਸੂਸ ਕਰਨਾ ਮੁਸ਼ਕਲ ਹੈ। ਤਿੰਨੋਂ ਪੱਖ ਚੇਤੇ ਰੱਖਿਓ, ਸਾਰੀਆਂ ਥਾਵਾਂ ਤੇ ਵੈਸੇ ਹੈ, ਮਹਿਸੂਸ ਨਹੀਂ ਕਰ ਸਕੇ। ਹਰ ਜੀਵ ਵਿੱਚ ਬੈਠਾ ਹੈ, ਅਸੀਂ ਨਹੀਂ ਮਹਿਸੂਸ ਕੀਤਾ। ਹਰ ਕਣ ਵਿੱਚ ਬੈਠਾ ਹੈ, ਅਸੀਂ ਮਹਿਸੂਸ ਨਹੀਂ ਕਰ ਸਕੇ। ਕਿਵੇਂ? ਜੇ ਰੱਬ ਸਾਰੀਆਂ ਥਾਵਾਂ ਤੇ ਬੈਠਾ ਹੈ, ਫਿਰ ਅਸੀਂ ਇਹ ਕਿਉਂ ਸੋਚ ਲੈਨੇ ਆ, ਜਿਹਨੂੰ ਬਾਪੂ ਜੀ ਬਾਣੀ 'ਚ ਕਹਿੰਦੇ, ਦੇਖ ਕੇ ਵਾਰ ਅਨਕ ਪਰਦੈ ਮੈਂ ਪਰਦਾਰਾ ਸੰਗ ਫਾਕੈ, ਚਿਤਰਗੁਪਤ ਜਬ ਲੇਖਾ ਮੰਗੈ ਤਬ ਕੌਣ ਪੜਦਾ ਤੇਰਾ ਢਾਕੈ। ਫਿਰ ਉਦੋਂ ਅਸੀਂ ਇਹ ਕਿਉਂ ਨਹੀਂ ਸੋਚਦੇ ਕਿ ਰੱਬ ਪਰਮੇਸ਼ਵਰ ਸਾਡੇ ਕੋਲ ਬੈਠਾ ਸਾਨੂੰ ਵੇਖ ਰਿਹਾ, ਸਾਰੀਆਂ ਥਾਵਾਂ ਤੇ ਬੈਠਾ ਹੈ। ਜੇ ਅਸੀਂ ਉਹਨੂੰ ਸਾਰੀਆਂ ਥਾਵਾਂ ਤੇ ਮਹਿਸੂਸ ਕਰਦੇ ਤੇ ਫਿਰ ਪਾਪ ਕਮਾਉਣ ਵਾਲੀ ਥਾਂ ਸਾਡੀ ਵੱਖਰੀ, ਜਾਂ ਪਾਪ ਕਮਾਉਣ ਵਾਸਤੇ ਅਸੀਂ ਕੋਈ ਵੱਖਰੇ ਥਾਂ ਉੱਤੇ, ਵੱਖਰੀ ਜਗ੍ਹਾ ਉੱਤੇ, ਸੌਖੇ ਰੂਪ 'ਚ ਕਹਿ ਲਈਏ, ਅਸੀਂ ਕਦੇ ਪਾਪ ਕਮਾਉਂਦੇ ਹੀ ਨਾ, ਕਿਉਂਕਿ ਹਰ ਥਾਂ ਉੱਤੇ ਬੈਠਾ ਪਰਮੇਸ਼ਵਰ ਸਾਨੂੰ ਵੇਖ ਰਿਹਾ, ਪਰ ਅਸੀਂ ਮਹਿਸੂਸ ਨਹੀਂ ਕੀਤਾ। ਫਿਰ ਇੱਕ ਇੱਕ ਜੀਵ ਵਿੱਚ ਉਹ ਬੈਠਾ ਹੈ। ਜੇ ਸਾਰੇ ਜੀਵਾਂ ਵਿੱਚ ਉਹ ਪਰਮੇਸ਼ਵਰ ਬੈਠਾ ਹੈ, ਅਸੀਂ ਆਖਿਆ ਪਰ ਮਹਿਸੂਸ ਨਹੀਂ ਕਰ ਸਕੇ, ਕਿਉਂਕਿ ਜੇ ਸਾਰਿਆਂ 'ਚ ਰੱਬ ਬੈਠਾ ਤੇ ਵੱਡਿਆਂ ਵਿੱਚ ਵੀ ਉਹ, ਨਿੱਕਿਆਂ ਵਿੱਚ ਵੀ ਉਹ, ਅਮੀਰਾਂ ਵਿੱਚ ਵੀ ਉਹ ਹੈ ਤੇ ਗਰੀਬਾਂ ਵਿੱਚ ਵੀ ਉਹ ਹੈ। ਜਿਹੜਾ ਆਪਣੇ ਹੱਥੀਂ ਕਿਸੇ ਦੇ ਹੱਥ ਦੇ ਉੱਤੇ ਰੱਖ ਰਿਹਾ, ਉਹਦੇ ਵਿੱਚ ਵੀ ਉਹ, ਤੇ ਜਿਹਦੇ ਹੱਥ ਵਿੱਚ ਉੱਤੇ ਰੱਖਿਆ ਜਾ ਰਿਹਾ, ਉਹਦੇ ਵਿੱਚ ਵੀ ਉਹ ਬੈਠਾ ਹੈ। ਤੇ ਫਿਰ ਅਸੀਂ ਵੱਡਿਆਂ ਦਾ ਅਦਬ, ਮਤਲਬ ਆਰਥਿਕ ਹਾਲਾਤ ਚੰਗੇ, ਅਮੀਰਾਂ ਦਾ ਅਸੀਂ ਅਦਬ ਤੇ ਗਰੀਬਾਂ ਦਾ ਅਸੀਂ ਤਿਰਸਕਾਰ ਕਿਉਂ ਕਰਦੇ ਆ? ਅਸੀਂ ਇਹ ਕਿਉਂ ਨਹੀਂ ਜਾਣਿਆ ਇਹਦੇ ਵਿੱਚ ਵੀ ਪਰਮੇਸ਼ਵਰ ਬੈਠਾ ਹੈ। ਜੇ ਮੇਰੇ ਕੋਲੋਂ ਆ ਕੇ ਕੋਈ ਅਮੀਰ ਮਦਦ ਮੰਗੇ ਤੇ ਮੈਂ ਹੱਥ ਜੋੜ ਖੜੋ ਜਾਣਾ, ਜੀ ਦੱਸੋ ਮੈਂ ਤੁਹਾਡੀ ਮਦਦ ਕੀ ਕਰ ਸਕਦਾ? ਤੇ ਜੇ ਕੋਈ ਗਰੀਬ ਆ ਕੇ ਆਖੇ, ਸੱਜਣਾ ਕਿਤੇ ਆ 2 ਘੜੀਆਂ ਵਾਸਤੇ, 2 ਪਲਾਂ ਵਾਸਤੇ ਮੇਰੀ ਮਦਦ ਕਰ, ਤੇ ਮੈਂ ਧੱਕੇ ਮਾਰ ਕੇ ਤੋੜ ਦਿਆਂ, ਉਦੋਂ ਮੈਨੂੰ ਇਹ ਕਿਉਂ ਨਹੀਂ ਚੇਤੇ ਆਇਆ ਵੀ ਇਹਦੇ ਵਿੱਚ ਵੀ ਰੱਬ ਬੈਠਾ? ਨਹੀਂ ਮਹਿਸੂਸ ਕੀਤਾ। ਕਿਆ ਬੜਾ ਹੀ ਸੌਖੇ ਵੀ ਭਾਈ ਸਾਰਿਆਂ 'ਚ ਹੀ ਰੱਬ ਵੱਸਦਾ। ਇਸੇ ਤਰ੍ਹਾਂ ਤੀਸਰਾ ਪੱਖ, ਰੱਬ ਹਰ ਕਣ ਵਿੱਚ ਬੈਠਾ ਹੈ। ਜੇ ਹਰ ਕਣ ਵਿੱਚ ਬੈਠਾ, ਕੁਦਰਤ ਦੇ ਹਰ ਕਿਣਕੇ ਵਿੱਚ ਮੌਜੂਦ ਹੈ, ਤੇ ਅਸੀਂ ਕੁਦਰਤ ਦੀ ਸੰਭਾਲ ਕਿਉਂ ਨਹੀਂ ਕੀਤੀ? ਸੰਭਿਆ ਕਿਉਂ ਨਹੀਂ? ਅਸੀਂ ਉਦੋਂ ਇਹ ਕਿਉਂ ਵੇਖਦੇ ਰਹੇ, ਜਾਂ ਉਦੋਂ ਅਸੀਂ ਇਹ ਮਹਿਸੂਸ ਕਿਉਂ ਕੀਤਾ ਕਿ ਸਾਡੇ ਘਰ ਵਿਚਲੀ ਥਾਂ, ਸਾਡੇ ਘਰ ਵਿਚਲਾ ਜਗ੍ਹਾ, ਸਾਡੇ ਘਰ ਵਿਚਲਾ ਅਸਥਾਨ ਕਿਤੇ ਕੱਚਾ ਨਾ ਰਹਿ ਜਾਏ, ਲੋਕ ਇਹ ਨਾ ਕਹਿ ਦੇਣ ਇੱਥੇ ਫਰਸ਼ ਕਿਉਂ ਨਹੀਂ ਲਾਇਆ, ਅਸੀਂ ਮਿੰਟ ਲਾਇਆ, ਰੁੱਖ ਪੁੱਟ ਕੇ ਬਾਹਰ ਸੁੱਟਿਆ, ਉੱਥੇ ਫਰਸ਼ ਲਾਤਾ। ਕਿੱਥੇ ਗਿਆ ਕਣ ਕਣ ਵਿੱਚ ਰੱਬ ਵੱਸਦਾ?
क्यों नहीं संभाल सके, क्यों नहीं वेख सके? बस इहो कारण है, जुबान उत्तों कहना जिन्ना आसान, अपनी जिंदगी विच ओनू मानना उन्ना ही औखा है। इसलिए जिथे आपां परमेश्वर नू अपनी रसना करके आखदे हां, वो सारियां थावां विच है। मेरे अंदर भी बैठा है, तुहाडे अंदर भी बैठा है, सारे संसार विच बैठा, रुखां विच भी बैठा, पंछियां विच भी बैठा, जीवां विच भी बैठा है। जे सारे थावां ते बैठा ते फिर जीवां दा घाण रब दे नाम ते क्यों? फिर जीवां नू परमेश्वर दे नाम ते क्यों मारिया जाए, जे हर कण दे विच उस परमेश्वर नू जाणिया जावे। असीं घाण इसे करके कीता, असीं आखिया जरूर है पर समझ नहीं सके, उन्नू जान नहीं सके। अपनी जीभ दे स्वाद करके रब दे नाम उत्ते, परमेश्वर दे नाम उत्ते असीं जीवां दा घाण करन उत्ते आ गए। आखिया असीं फिर इहो है कि रब सारियां थावां ते वसदा है। बाबा कबीर साहब जी ने इसे करके आख्या, जाओ सब में एक खुदाए कहत हो, तो क्यों मुर्गी मारे? भी सज्जणा, जे तू ये कहना सारियां थावां ते रब बैठा, ते फिर जीवां दा घाण क्यों मारिया जांदा जीवां नू? और हैरानी दी गल है, जी बधो सो धर्म कर थापो, अधर्म कहो कत भाई, आपस को मुनिवर कर थापो, काको कहो कसाई। बाबा कबीर साहब जी ने बड़े प्यारे प्यारे सवाल और बहुत इं कह लो भी तर्क भरे सवाल रख रहे भी सज्जणा, जे धर्म आ है जीवां दा घाण करना, फिर अधर्म किनू कहिंदे ने? अधर्म की होया? भी सज्जणा, जे तू जीव मार के भी मुनिवर है, कसाई कौन होएगा? जे एक चंगा भला साह लैंदा जीव तू मिंट दे विच मार के रख के आखें भी लो जी मैं ते बहुत वड्डा मुनी हाँ, मैं ते बड़ा वड्डा मुनिवर, बड़ा वड्डा धर्मी हाँ, ते बाबा कबीर साहब कहंदे कसाई दस किनू आखेंगा? जवाब साडे कोल कोई नहीं। ते परमेश्वर जी दे बारे विच जिक्र करदे आ ना, साहिब आखदे जल थल पूर रहिया मेहरबाना, वो दयालु सारियां थावां उत्ते पूरिया होया, मेहरबान है। इसलिए मैं उस तो निता प्रति कुर्बान जाना, बलिहार नहीं जाना। और दिन रात असीं उस परमेश्वर जी दे गुणां नूं गाइए। रैण दिनस तिस सदा ध्याई मैं ध्याउंदा हां, जे खिन मैं सगल उधारे जियो। जेड़ा एक खिन मात्र समय दे विच सारे दे सारे संसार दा उधार करन दी समर्था रखदा है। राख लिए सगले प्रभ आपे, उतर गए सब सोग संतापे। नाम जपत मन तन हरियावल, प्रभ नानक नदर निहारे जियो। एक पावन बचन ना आप जी दियां रचनावां ते रहिंदा, जिसके सिर ऊपर तू स्वामी, सो दुख कैसा पावै। पर ये सानू चेते पता कदों आउंदा? ਜਦੋਂ ਅਸੀਂ ਕਿਸੇ ਮੁਸ਼ਕਲ 'ਚ ਫਸੇ ਹੋਈਏ ਨਾ, ਫਿਰ ਅਸੀਂ ਜ਼ੁਬਾਨ ਤੋਂ ਬੜਾ ਆਖੀਦਾ ਜਿਸ ਕੇ ਸਿਰ। ਮਤਲਬ ਉਸ ਵਕਤ ਸਾਨੂੰ ਉਮੀਦ ਹੁੰਦੀ ਵੀ ਹੁਣ ਰੱਬ ਸਾਡੇ ਸਿਰ ਤੇ ਆ ਕੇ ਖੜੋਵੇ, ਵੀ ਮੈਨੂੰ ਦੁੱਖ ਕਿੱਥੇ ਲੱਗਣਾ ਜੇ ਰੱਬ ਮੇਰੇ ਸਿਰ ਤੇ। ਵੀ ਉਦੋਂ ਹੀ ਕਿਉਂ ਚੇਤੇ ਆਇਆ? ਕਦੇ ਬਹਿ ਕੇ ਸੋਚੀਏ ਤੇ ਸਹੀ ਕਿ ਰੱਬ ਕੱਲਾ ਦੁੱਖਾਂ ਵੇਲੇ ਹੀ ਸਹਾਇਕ ਹੁੰਦਾ ਹੈ। ਵੀ ਰੱਬ ਬਸ ਜੀ ਉਹਨੇ ਸਾਡੇ ਨਾਲ ਐਸਾ, ਜੇ ਆਪਾਂ ਸਿੱਧੇ ਠੇਠ ਲਫ਼ਜ਼ਾਂ ਵੀ ਰੱਬ ਨੇ ਕਿਹੜਾ ਡੀਲ ਕੀਤੀ ਵੀ ਜੋ ਦੁੱਖ ਆਉਣਗੇ ਤੇ ਮੈਂ ਤੇਰੇ ਕੋਲ ਆ ਜਾਇਆ ਕਰਾਂਗਾ, ਸੁੱਖ ਆਉਣਗੇ ਤੇ ਤੂੰ ਜੋ ਮਰਜ਼ੀ ਕਰੀ ਜਾਈਂ। ਨਹੀਂ, ਚਾਹੀਦਾ ਤੇ ਇਹ ਸੀ ਵੀ ਜੇ ਸਾਨੂੰ ਐਡੀ ਉਮੀਦ ਹੈ ਵੀ ਦੁੱਖ ਵੇਲੇ ਇਹਨੇ ਨਾਲ ਆ ਕੇ ਖੜੋ ਜਾਣਾ, ਤੇ ਫਿਰ ਸੁੱਖ ਵੇਲੇ ਵੀ ਉਹਦੇ ਤੇ ਭਰੋਸਾ ਰੱਖਦੇ ਵੀ ਰੱਬਾ ਨਾਲ ਆ, ਕਿਉਂਕਿ ਸੁੱਖ ਤੇਰੇ ਕਰਕੇ ਆਇਆ। ਬਾਪੂ ਜੀ ਨੇ ਸੁੱਖ ਤੇਰਾ ਦਿੱਤਾ ਲਖੀ ਹੈ। ਅਸੀਂ ਸੁੱਖ ਉਦੋਂ ਮਾਣਦੇ ਹਾਂ ਜਦੋਂ ਤੂੰ ਸਾਡੀ ਝੋਲੀ ਵਿੱਚ ਪਾਉਣਾ। ਤੇਰੇ ਤੋਂ ਬਿਨਾਂ ਤੇ ਅਸੀਂ ਸੁੱਖ ਵੀ ਨਹੀਂ ਮਾਣ ਸਕਦੇ। ਪਰ
ਮਾਲਕ ਜੀ ਨੇ ਜ਼ਿਕਰ ਕੀਤਾ, ਕਹਿੰਦੇ ਰਾਖ ਲੀਏ ਸਗਲੇ ਪ੍ਰਭ ਆਪੇ, ਰੱਬ ਨੇ ਆਪ ਹੀ ਰੱਖ ਲਿਆ। ਉਤਰ ਗਏ ਸਭ ਸੋਗ ਸੰਤਾਪੇ, ਸਾਰੇ ਸੋਗ ਵੀ ਉਤਰ ਗਏ, ਸਾਰੇ ਸੰਤਾਪ ਵੀ ਉਤਰ ਗਏ। ਸੰਤਾਪ ਕਹਿੰਦੇ ਅੰਦਰ ਦੇ ਦੁੱਖ ਝੋਰਾ, ਸੋਗ ਬਾਹਰੀ ਤੌਰ ਉੱਤੇ ਦੁਖੀ ਹੋਣਾ। ਰੱਬ ਜੀ ਨੇ ਰੱਖਿਆ, ਮੇਰੇ ਸੋਗ ਵੀ ਲੱਥੇ ਤੇ ਮੇਰੇ ਰੋਗ ਵੀ ਲੱਥੇ ਤੇ ਮੇਰੇ ਸੰਤਾਪ ਵੀ ਲੱਥੇ। ਜਾਂ ਇਉਂ ਕਹਿ ਲਓ, ਜਦੋਂ ਮੈਂ ਦੁੱਖ ਵਿੱਚ ਸਾਂ, ਤਕਲੀਫ ਵਿੱਚ ਸਾਂ, ਮੈਨੂੰ ਰੱਬ ਚੇਤੇ ਆਇਆ। ਪਰ ਪਰਮੇਸ਼ਵਰ ਨੇ ਉਦੋਂ ਇਹ ਕਹਿਣ ਦੀ ਬਜਾਏ ਵੀ ਮੈਂ ਸੁੱਖਾਂ ਵਿੱਚ ਕਿਉਂ ਨਹੀਂ ਤੈਨੂੰ ਚੇਤੇ ਆਇਆ, ਜਾਂ ਤੂੰ ਮੈਨੂੰ ਸੁੱਖ ਵੇਲੇ ਖੁਸ਼ੀ ਵੇਲੇ ਚੇਤੇ ਕਿਉਂ ਨਹੀਂ ਕੀਤਾ, ਉਹਨੇ ਇਹ ਕਹਿਣ ਦੀ ਬਜਾਏ ਦੁੱਖਾਂ ਵਿੱਚ ਫਿਰ ਸਹਾਇਕ ਬਣ ਕੇ ਖੜੋ ਗਿਆ। ਉਹ ਬੜਾ ਕਿਰਪਾਲੂ ਹੈ, ਉਹਨੂੰ ਪਤਾ ਵੀ ਹੈ, ਜਾਣਦਾ ਵੀ ਹੈ ਵੀ ਇਹ ਅੱਜ 2 ਘੜੀਆਂ ਦੀ ਖੇਡ ਹੈ, ਬਸ ਇਹਨੇ 2 ਘੜੀਆਂ ਬਾਅਦ ਫਿਰ ਉਹੋ ਜਿਹਾ ਹੀ ਹੋ ਜਾਣਾ ਹੈ, ਪਰ ਫਿਰ ਵੀ ਦਇਆਲੂ ਬਣ ਜਾਂਦਾ, ਕਿਰਪਾਲੂ ਬਣ ਜਾਂਦਾ ਹੈ। ਇਸ ਚੀਜ਼ ਨੂੰ ਸਮਝਣਾ ਹੋਵੇ ਨਾ, ਪਰਮੇਸ਼ਵਰ ਜੀ ਸਭਨਾਂ ਦੇ ਹਿਰਦੇ ਦੀਆਂ ਜਾਣਦੇ ਨੇ, ਅੰਤਰਜਾਮੀ ਦਾਤੇ ਨੇ, ਇਸ ਗੱਲ ਨੂੰ ਤੇ ਮੰਨਦੇ ਆ ਨਾ। ਮਿਥਿਹਾਸ ਅੰਦਰ ਆਪਾਂ ਅਕਸਰ ਹਰਨਾਕਸ਼ ਦਾ ਜ਼ਿਕਰ ਕਰਦੇ ਹਾਂ। ਭਗਤ ਪ੍ਰਹਿਲਾਦ ਜੀ ਦਾ ਵੀ ਜ਼ਿਕਰ ਕਰਦੇ ਹਾਂ। ਭਗਤ ਪ੍ਰਹਿਲਾਦ ਜੀ ਹਰਨਾਕਸ਼ ਦੇ ਘਰ ਵਿੱਚ ਪੈਦਾ ਹੋ ਰਹੇ ਨੇ। ਪਹਿਲੋਂ ਭਗਤ ਕੌਣ ਹੈ? ਪਹਿਲੋਂ ਭਗਤੀ ਕਿਹਨੇ? ਜਿਹੜੇ ਵਰ ਹਰਨਾਕਸ਼ ਨੇ ਲਏ ਨੇ, ਕਿਹਦੇ ਸਿਰ ਤੇ ਲਏ ਨੇ? ਜਦੋਂ ਮਿਥਿਹਾਸ ਪੜਾਂਗੇ ਤੇ ਗਵਾਹੀ ਭਰਦਾ ਮਿਥਿਹਾਸ ਕਿ ਹਰਨਾਕਸ਼ ਪਹਾੜ ਦੀ ਚੋਟੀ ਤੇ ਚੜ ਕੇ ਬਹਿ ਜਾਂਦਾ ਰੱਬ ਨੂੰ ਚੇਤਾ ਕਰਨ ਵਾਸਤੇ। ਰੱਬ ਨੂੰ ਚੇਤੇ ਕਰਨਾ, ਰੱਬ ਦੀ ਭਗਤੀ ਕਰਨਾ। ਉਹਨੇ ਰੱਬ ਜੀ ਦੀ ਭਗਤੀ ਇੰਨੀ ਕੀਤੀ, ਇੰਨੀ ਉਹਨੇ ਭਗਤੀ ਕੀਤੀ, ਪ੍ਰੇਮਾ ਭਗਤੀ ਵਿੱਚ ਜੁੜਿਆ ਕਿ ਰੱਬ ਸਾਹਮਣੇ ਪ੍ਰਗਟ ਹੁੰਦਾ ਹੈ। ਮਿਥਿਹਾਸ ਇਹੀ ਕਹਿੰਦਾ ਨਾ। ਪਹਿਲੋਂ ਭਗਤ ਕੌਣ ਹੋਇਆ? ਪ੍ਰਹਿਲਾਦ ਜੀ ਦਾ ਜ਼ਿਕਰ ਤੇ ਆਪਾਂ ਬਾਅਦ ਚ ਕੀਤਾ ਨਾ। ਪ੍ਰਹਿਲਾਦ ਜੀ ਤੋਂ ਪਹਿਲਾਂ ਭਗਤ ਤੇ ਉਹਦੇ ਪਿਤਾ ਹਰਨਾਕਸ਼ ਨੇ ਨਾ। ਹੁਣ ਰੱਬ ਜਾਣਦਾ ਹੈ ਵੀ ਇਹਦੇ ਮਨ ਵਿੱਚ ਕੀ ਚੱਲਦਾ ਹੈ। ਕਿ ਰੱਬ ਨਹੀਂ ਸੀ, ਜਾਂ ਤੇ ਅਸੀਂ ਇਹ ਮੰਨ ਲਈਏ ਵੀ ਰੱਬ ਨੂੰ ਨਹੀਂ ਸੀ ਪਤਾ ਵੀ ਇਹਨੇ ਆਹ ਚਾਲ ਖੇਡਣੀ। ਰੱਬ ਜੀ ਪ੍ਰਗਟ ਹੋਏ, ਪ੍ਰਗਟ ਹੋ ਕੇ ਹਰਨਾਕਸ਼ ਨੂੰ ਪੁੱਛਿਆ ਵੀ ਕੀ ਚਾਹੀਦਾ ਹੈ। ਹੁਣ ਉਹਨੇ ਮੰਗਣਾ ਕੀ ਹੈ ਰੱਬ ਇਹ ਵੀ ਜਾਣਦੇ ਨੇ। ਮੰਗਣ ਤੋਂ ਬਾਅਦ ਇਹਨੇ ਕਰਨਾ ਕੀ ਹੈ ਰੱਬ ਜੀ ਇਹ ਵੀ ਜਾਣਦੇ। ਪਰ ਕੀ ਰੱਬ ਨੇ ਬਖਸ਼ਿਸ਼ ਨਹੀਂ ਕੀਤੀ? ਜੇ ਉਹ ਕਹਿੰਦਾ ਵੀ ਰੱਬ ਜੀ ਮੈਂ ਨਾ ਦਿਨੇ ਮਰਾਂ ਨਾ ਰਾਤ ਮਰਾਂ, ਰੱਬ ਕਹਿੰਦਾ ਠੀਕ ਹੈ। ਨਾ ਮੈਂ ਧਰਤੀ ਤੇ ਮਰਾਂ ਨਾ ਮੈਂ ਆਕਾਸ਼ ਤੇ ਮਰਾਂ, ਰੱਬ ਜੀ ਕਹਿੰਦੇ ਠੀਕ ਹੈ। ਨਾ ਮੈਂ ਅੰਦਰ ਮਰਾਂ ਨਾ ਮੈਂ ਬਾਹਰ ਮਰਾਂ, ਕਹਿੰਦਾ ਜੀ ਠੀਕ। ਰੱਬ ਜੀ ਨੇ ਫੇਰ ਕਿਹਾ ਵੀ ਠੀਕ ਹੈ। ਨਾ ਮੈਂ ਬੰਦੇ ਤੋਂ ਮਰਾਂ ਨਾ ਮੈਂ ਜਾਨਵਰ ਤੋਂ ਮਰਾਂ ਨਾ ਹਥਿਆਰ ਤੋਂ ਮਰਾਂ, ਠੀਕ ਹੈ। ਰੱਬ ਜੀ ਨੇ ਕਿਸੇ ਚੀਜ਼ ਤੋਂ ਇਨਕਾਰ ਨਹੀਂ ਕੀਤਾ। ਪਰਮੇਸ਼ਵਰ ਜੀ ਜਾਣਦੇ ਨੇ ਵੀ ਜਿਹੜੀਆਂ ਚੀਜ਼ਾਂ ਇਹ ਮੰਗ ਰਿਹਾ ਨਾ, ਇਹ ਚੀਜ਼ਾਂ ਮੰਗਣ ਦਾ ਕਾਰਨ ਇਹਦਾ ਇਹੀ ਹੈ ਵੀ ਮੈਨੂੰ ਕਦੇ ਮੌਤ ਨਾ ਆਵੇ। ਤੇ ਜਦੋਂ ਮੌਤ ਨਹੀਂ ਆਉਣੀ, ਦੁਨੀਆ ਤੇ ਆਪਣਾ ਰਾਜ ਕਾਇਮ ਕਰ ਲੈਣਾ, ਰੱਬ ਜੀ ਜਾਣਦੇ। ਫਿਰ ਉਹਨੇ ਕੀਤਾ ਵੀ, ਕੱਲਾ ਰਾਜ ਨਹੀਂ ਕਾਇਮ ਕੀਤਾ, ਆਪਣਾ ਰਾਜ ਕਾਇਮ ਕਰਨ ਦੇ ਨਾਲ ਨਾਲ ਰੱਬ ਦੀ ਭਗਤੀ ਵੀ ਕਿਸੇ ਪਾਸੇ ਗਈ। ਐਸਾ ਰਾਜ ਕਾਇਮ ਕੀਤਾ, ਲੋਕਾਂ ਨੂੰ ਕਹਿੰਦਾ ਰੱਬ ਮੈਂ ਆ। ਰੱਬ ਤੇ ਸਾਰਾ ਕੁਝ ਜਾਣਦੇ ਸੀ, ਪਰ ਪਰਮੇਸ਼ਵਰ ਨੇ ਫਿਰ ਵੀ ਝੋਲੀ ਵਿੱਚ ਦਾਤ ਪਾਈ। ਰਾਖ ਲਈਏ ਸਗਲੇ ਪ੍ਰਭ, ਉਹ ਤੇ ਰੱਖੀ ਜਾ ਰਿਹਾ ਜਿੱਦਾਂ ਦਾ ਮਰਜ਼ੀ ਹੈ। ਰੱਬ ਸਭਨਾਂ ਦੀ ਸੰਭਾਲ ਕਰ ਰਿਹਾ, ਸਭਨਾਂ ਨੂੰ ਪਾਲ ਰਿਹਾ। ਇਸੇ ਤਰ੍ਹਾਂ ਹੁਣ ਕਦੇ ਵੀ ਮਿਥਿਹਾਸ ਜਦੋਂ ਪੜਾਂਗੇ ਨਾ, ਦੈਂਤਾਂ ਦਾ ਜ਼ਿਕਰ ਵੇਖ ਲਓ, ਕਿਸੇ ਵੀ ਦੈਂਤ ਨੂੰ ਪੜ੍ਹ ਕੇ ਵੇਖ ਲਓ, ਕਿਸੇ ਵੀ ਦੈਂਤ ਨੂੰ, ਉਹ ਸਾਰੇ ਬੜੇ ਵੱਡੇ ਭਗਤ ਨੇ, ਸਾਰੇ ਹੀ ਭਗਤੀ ਕਰਦੇ ਨੇ। ਭਗਤੀ ਕਰਕੇ ਰੱਬ ਕੋਲੋਂ ਵਰ ਮੰਗਦੇ ਨੇ,
ਰੱਬ ਕੋਲੋਂ ਵਰ ਮੰਗ ਕੇ ਦੇਵਤਿਆਂ ਨਾਲ ਲੜਨ ਤੁਰੇ ਜਾਂਦੇ ਨੇ। ਹੈਰਾਨੀ ਦੀ ਗੱਲ ਹੈ, ਰੱਬ ਜੀ ਨੂੰ ਪਤਾ ਵੀ ਹੈ ਵੀ ਇਹ ਦੈਂਤ ਨੇ, ਬਿਰਤੀ ਇਹਨਾਂ ਦੀ ਰਾਖਸ਼ਸ ਹੈ। ਰਾਖਸ਼ਸ ਬਿਰਤੀ ਕਰਕੇ ਭਾਵੇਂ ਅੱਜ ਇਹ ਭਗਤੀ ਵਿੱਚ ਜੁੜੇ ਨੇ, ਅੱਜ ਇਹਨਾਂ ਦੀਆਂ ਝੋਲੀਆਂ ਭਰਨੀਆਂ, ਪਰ ਕੱਲ ਨੂੰ ਇਹਨਾਂ ਜਾ ਕੇ ਦੇਵਤਿਆਂ ਨਾਲ ਲੜਨਾ ਹੈ। ਔਰ ਲੜੇ, ਉਹ ਦੇਵਤਿਆਂ ਦਾ ਦੈਂਤਾਂ ਦਾ ਸੰਘਾਰ ਅਕਸਰ ਚੱਲਦਾ ਹੀ ਰਹਿੰਦਾ। ਰੱਬ ਫਿਰ ਵੀ ਦੇਈ ਜਾਂਦਾ। ਜੇ ਅਸੀਂ ਜਿੱਦਾਂ ਦੇ ਮਰਜ਼ੀ ਆ, ਚਾਹੇ ਸਾਡੀ ਦੇਵ ਬਿਰਤੀ ਹੈ, ਚਾਹੇ ਦੈਂਤ ਬਿਰਤੀ ਹੈ, ਚਾਹੇ ਅਸੀਂ ਰਾਖਸ਼ਸ ਬਿਰਤੀ ਦੇ ਮਾਲ, ਪਰ ਰੱਬ ਫਿਰ ਵੀ ਸੰਭਾਲ ਰਿਹਾ। ਔਰ ਲੋੜ ਪੈਣ ਦੇ ਅਸੀਂ ਉੱਤੇ ਰੱਬ ਦੇ ਅੱਗੇ ਝੋਲੀ ਅੱਡ ਕੇ ਕਹਿੰਦੇ ਵੀ ਆ ਵੀ ਰੱਬਾ ਭਰ ਦੇ ਝੋਲੀ, ਕਰ ਦੇ ਕਿਰਪਾ, ਉਹ ਕਰ ਦਿੰਦਾ। ਇਹ ਤੇ ਹੈ ਨਹੀਂ ਵੀ ਪਹਿਲੀ ਵਾਰੀ ਅਸੀਂ ਇਦਾਂ ਕਰਨਾ, ਪਹਿਲੋਂ ਵੀ ਬੜੀ ਵਾਰੀ ਕੀਤਾ। ਰੱਬ ਜਾਣਦਾ ਵੀ ਇਹਦਾ ਤੇ ਸੁਭਾਅ ਹੈ, ਇਹਨੇ ਇਦਾਂ ਕਰਨਾ, ਪਰ ਫਿਰ ਵੀ ਬਖਸ਼ਿਸ਼ ਕਰ ਰਿਹਾ। ਤੇ ਸਤਿਗੁਰੂ ਅਰਜਨ ਸਾਹਿਬ ਕਹਿੰਦੇ, ਰਾਖ ਲਈਏ ਸਗਲੇ ਪ੍ਰਭ ਆਪੇ। ਉਹ ਆਪੇ ਹੀ ਰੱਖੀ ਜਾਂਦਾ, ਸਾਰਿਆਂ ਨੂੰ ਰੱਖ ਰਿਹਾ। ਜਦੋਂ ਉਹਨੇ ਸੰਭਾਲਿਆ ਨਾ, ਉਤਰ ਗਏ ਸਭ ਸੋਗ ਸੰਤਾਪੇ। ਮੈਂ ਦੁੱਖ ਵੇਲੇ ਚੇਤੇ ਕੀਤਾ ਸੀ ਨਾ, ਰੱਬ ਨੇ ਤਾਂ ਵੀ ਸੰਭਾਲਿਆ। ਉਹਨੇ ਮੇਰੇ ਸਾਰੇ ਸੋਗ, ਸਾਰੇ ਸੰਤਾਪ ਉਤਾਰ ਦਿੱਤੇ। ਨਾਮ ਜਪਤ, ਉਹਦਾ ਨਾਮ ਜਪਦੇ ਆ, ਮਨ ਤਨ ਹਰੀਆਵਲ, ਮਨ ਤੇ ਤਨ ਹਰਿਆ ਭਰਿਆ ਹੋ ਗਿਆ। ਪ੍ਰਭ ਨਾਨਕ ਨਦਰ ਨਿਹਾਰੇ ਜੀਓ। ਜਦੋਂ ਉਹ ਪ੍ਰਭੂ ਕਿਰਪਾ ਦੀ ਨਦਰ ਕਰਦਾ ਹੈ, ਰਹਿਮਤ ਦੀ ਨਦਰ ਕਰਦਾ ਹੈ, ਆਪਣੀ ਨਦਰ ਨਾਲ ਵੇਖਦਾ ਹੈ, ਤੇ ਸਾਹਿਬ ਕਹਿੰਦੇ ਉਹ ਨਿਹਾਲ ਕਰ ਦਿੰਦਾ। ਜਿਹਨੂੰ ਆਪਾਂ ਨਾ ਗੁਰੂ ਪਾਤਸ਼ਾਹ ਜੀ ਕੇ ਪਾਵਨ ਬਚਨਾਂ ਰਾਹੀਂ ਪੜ੍ਹਦੇ ਆ, ਚਤੁਰ ਦਿਸ਼ਾ ਕੀਨੋ ਬਲ ਆਪਣਾ ਸਿਰ ਉਪਰ ਕਰ ਧਾਰਿਓ। कृपा कटाक्ष अवलोकन कीनो दास का दुख बिदारियो। हर जन राखे गुर गोबिंद कंठ लाए अवगण सब मेटे दयाल पुरख बख्शंद। जो मांगे ठाकुर अपने ते सोई सोई देवै। नानक दास मुख ते जो बोलै इहां उहां सच होवै। ਅਸੀਂ ਝੋਲੀਆਂ ਫੈਲਾ ਕੇ ਉਹਦੇ ਕੋਲੋਂ ਜੋ ਮਰਜ਼ੀ ਮੰਗ ਲਈਏ, ਉਹ ਸਾਡੀਆਂ ਝੋਲੀਆਂ ਵਿੱਚ ਪਾ ਰਿਹਾ, ਦਾਤਾਂ ਦੇ ਰਿਹਾ, ਸਾਡੀ ਸੰਭਾਲ ਕਰ ਰਿਹਾ। ਫਿਰ ਕਿਤੇ ਨਾ ਕਿਤੇ ਜਾ ਕੇ ਸਾਡਾ ਫਰਜ਼ ਤੇ ਸਾਡੀ ਜ਼ਿੰਮੇਵਾਰੀ ਵੀ ਬਣ ਜਾਂਦੀ ਕਿ ਅਸੀਂ ਵੀ ਉਸ ਪਰਮੇਸ਼ਵਰ ਜੀ ਦੇ ਨਾਮ ਦੀ ਆਰਾਧਨਾ ਕਰੀਏ, ਉਹਨੂੰ ਚੇਤੇ ਕਰੀਏ, ਕਿਉਂਕਿ ਜਿੰਨੀਆਂ ਬਰਕਤਾਂ, ਜਿੰਨੀਆਂ ਰਹਿਮਤਾਂ ਨੇ, ਉਹ ਸਾਰੀਆਂ ਰੱਬੀ ਚਿੰਤਨ ਵਿੱਚ ਨੇ। ਜਿੰਨਾ ਜਿੰਨਾ ਰੱਬੀ ਚਿੰਤਨ, ਓਨੀਆਂ ਓਨੀਆਂ ਰਹਿਮਤਾਂ। ਔਰ ਜਿੰਨਾ ਅਸੀਂ ਉਹਨੂੰ ਵਿਸਰਦੇ ਜਾਵਾਂਗੇ, ਓਨਾ ਹੀ ਅਸੀਂ ਸੋਗ ਤੇ ਰੋਗ ਖੱਟਦੇ ਜਾਵਾਂਗੇ। ਜਿਵੇਂ ਉਹ ਚੇਤੇ, ਉਵੇਂ ਸੋਗ ਤੇ ਰੋਗ ਖਤਮ। ਜਿਵੇਂ ਉਹ ਭੁੱਲਿਆ, ਬਸ ਇਉਂ ਕਹਿ ਲਓ। ਇੱਕ ਨਾ ਪਾਵਨ ਬਚਨ ਭਗਤ ਕਬੀਰ ਸਾਹਿਬ ਦੇ ਜੀਵਨ ਦਾ ਉਹਨਾਂ ਨੇ ਆਪਣੀ ਪਾਵਨ ਬਾਣੀ 'ਚ ਜ਼ਿਕਰ ਕੀਤਾ, ਤੇ ਉਹ ਸੰਬੋਧਨ ਕਰਦੇ ਆਖਦੇ, ਨਸ ਵੰਝੋ ਕਿਲ ਵਿਖੋ ਕਰਤਾ ਘਰ ਆਇਆ। ਦੂਤਾਂ ਦਹਿਣ ਭਇਆ, ਦੂਤਾਂ ਦਾ ਸਾੜ ਹੋ ਗਿਆ, ਮਰ ਗਏ ਸਾਰੇ ਜਿੱਦਣ ਦਾ ਉਹ ਪਰਮੇਸ਼ਵਰ ਘਰ ਚ ਆ ਗਿਆ। ਤੇ ਫਿਰ ਇਹ ਵੀ ਨਹੀਂ ਵੀ ਉਹ ਸੜ ਕੇ ਮੁੱਕ ਗਏ, ਉਹ ਵੀ ਉਡੀਕ ਚ ਬਹਿ ਗਏ ਵੀ ਇਹ ਮਾੜਾ ਜਿਹਾ ਕਿਤੇ ਪਾਸੇ ਤੇ ਹੋਵੇ, ਉਸੇ ਵਕਤ ਅਸੀਂ ਘਰ ਤੇ ਫਿਰ ਕਬਜ਼ਾ ਕਰ ਲੈਣਾ। ਇਸ ਲਈ ਕੋਸ਼ਿਸ਼ ਕਰਦੇ ਰਹੀਏ ਕਿ ਉਹ ਦਇਆਲੂ ਕਿਰਪਾਲੂ ਸਾਡੇ ਚਿੰਤਨ ਵਿੱਚ ਬਣਿਆ ਰਹੇ, ਅਸੀਂ ਉਹਦੀ ਯਾਦ ਵਿੱਚ ਜੁੜੇ ਰਹੀਏ, ਤਾਂ ਜੋ ਆਪਣੇ ਜੀਵਨ ਸਫਲ ਕਰਕੇ ਸੰਸਾਰ ਤੋਂ ਜਾਈਏ। ਤੇ ਮਾਲਕ ਜੀ ਅੱਗੇ ਅਰਜ਼ੋਈ ਤੇ ਅਰਦਾਸ ਨਿਤਾ ਪ੍ਰਤੀ ਕਰਦੇ ਰਿਹਾ ਕਰੀਏ। ਨਾਮ ਮਿਲੈ ਤਾਂ ਜੀਵਾ, ਨਾਨਕ ਨਾਮ ਮਿਲੈ ਤਾਂ ਜੀਵਾ। ਨਾਮ ਮਿਲੈ ਤਾਂ ਜੀਵਾ, ਨਾਨਕ ਨਾਮ ਮਿਲੈ ਤਾਂ ਜੀਵਾ। ਤਰਸ ਪਿਆ ਮਿਹਰਾਮਤ ਹੋਈ, ਤਰਸ ਪਿਆ ਮਿਹਰਾਮਤ ਹੋਈ।
ਸਤਿਗੁਰ ਸੱਜਣ ਮਿਲਿਆ, ਸਤਿਗੁਰ ਸੱਜਣ ਮਿਲਿਆ। ਨਾਨਕ ਨਾਮ ਮਿਲੈ ਤਾਂ ਜੀਵਾ, ਨਾਨਕ ਨਾਮ ਮਿਲੈ ਤਾਂ ਜੀਵਾ। ਤਨ ਮਨ ਥੀਵੈ ਹਰਿਆ, ਤਨ ਮਨ ਥੀਵੈ ਹਰਿਆ। ਨਾਮ ਮਿਲੈ ਤਾਂ ਜੀਵਾ, ਨਾਨਕ ਨਾਮ ਮਿਲੈ ਤਾਂ ਜੀਵਾ। ਨਾਮ ਮਿਲੈ ਤਾਂ ਜੀਵਾ, ਨਾਨਕ ਨਾਮ ਮਿਲੈ ਤਾਂ ਜੀਵਾ। ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਸਾਡੇ ਸਭਨਾਂ ਦੀਆਂ ਹਾਜ਼ਰੀਆਂ ਆਪਣੇ ਦਰ ਉੱਤੇ ਪ੍ਰਵਾਨ ਕਰ ਲੈਣ। ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨਿਵਾਜਣ, ਤਾਂ ਜੋ ਸਾਡੇ ਵੀ ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ, ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਬਖਸ਼ਣੀ। ਆਓ ਸਤਿਗੁਰੂ ਜੀ ਕੇ ਪਾਵਨ ਬਚਨ ਹਿਰਦਿਆਂ ਵਿੱਚ ਵਸਾ ਲਈਏ। ਰਾਖ ਲੀਏ ਸਗਲੇ ਪ੍ਰਭ ਆਪੇ, ਉਤਰ ਗਏ ਸਭ ਸੋਗ ਸੰਤਾਪੇ। ਨਾਮ ਜਪਤ ਮਨ ਤਨ ਹਰਿਆਵਲ, ਪ੍ਰਭ ਨਾਨਕ ਨਦਰ ਨਿਹਾਰੇ ਜਿਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।